ਸਾ ਧਰਤੀ ਭਈ ਹਰਿਆਵਲੀ। ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ। ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਧੰਨ ਧੰਨ ਗੁਰੂ ਜਿਨ ਹਰ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ। ਗ੍ਰਹਿ ਮੰਦਰ ਬਨਿਆ, ਜੁਗੋ ਜੁਗ ਅਟਲ। ਸਰਬ ਸਾਂਝੀ ਵਾਲਤਾ ਦੇ ਰਹਿਬਰ, ਰੂਹਾਨੀਅਤ ਦੇ ਭੰਡਾਰ, ਸ਼ਹਿਨਸ਼ਾਹ ਕੁਲ ਆਲਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਿਆਰ ਭਰੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਬਹੁਤ ਵੱਡੇ ਭਾਗਾਂ ਵਾਲੇ ਹੋ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸਾਨੂੰ ਮਨਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਸ ਪਾਵਨ ਅਸਥਾਨ ਤੇ 14 ਤਰੀਕ ਤੋਂ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸਮਾਗਮ ਆਰੰਭ ਹਨ। ਅੱਜ ਅੰਮ੍ਰਿਤ ਵੇਲੇ ਤੋਂ ਲਗਾਤਾਰ ਰੱਬੀ ਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ। ਸੋ ਆਓ ਸਤਿਗੁਰੂ ਜੀ ਦੇ ਜੀਵਨ ਸੰਬੰਧੀ ਵਿਚਾਰ ਕਰਨ ਤੋਂ ਪ੍ਰਥਮ ਪਿਆਰ ਸਹਿਤ ਕਰੋ ਮਨ ਬਿਰਤੀਆਂ ਨੂੰ ਇਕਾਗਰ। ਦੋਨੋਂ ਹੱਥ ਜੋੜ ਬਹੁਤ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਇਤਿਹਾਸ ਪੜ੍ਹਦੇ ਹਾਂ ਤੇ ਵਿਦਵਾਨ ਸੱਜਣਾ ਦੀ ਕਲਮ ਸਾਡੇ ਸਾਹਮਣੇ ਇਹ ਬੋਲ ਲੈ ਕੇ ਆਉਂਦੀ ਆ ਕਿ ਜਦੋਂ ਅਪ੍ਰੈਲ ਸੰਨ 1621 ਨੂੰ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਕੁੱਖੋਂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲ ਵਿੱਚ ਸਤਿਗੁਰੂ ਦਾ ਪ੍ਰਕਾਸ਼ ਹੋਇਆ, ਉਸ ਵਕਤ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਹਰਿਮੰਦਰ ਸਾਹਿਬ ਦੇ ਅੰਦਰ ਸੁਭਾਏਮਾਨ ਹੋ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸਨ। ਇਹਦਾ ਅਰਥ ਪਹਿਰ ਕੋ ਰਾਤ ਰਹਿੰਦਿਆਂ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਜਦੋਂ ਸਮਾਪਤੀ ਹੋਈ ਤੇ ਸਿੱਖ ਨੇ ਜਾ ਕੇ ਦੱਸਿਆ ਮਹਾਰਾਜ ਘਰ ਦੇ ਵਿੱਚ ਪੁੱਤਰ ਦੀ ਦਾਤ ਆਈ ਹੈ। ਮਹਾਰਾਜ ਜੀ ਹਰਿਮੰਦਰ ਸਾਹਿਬ ਤੋਂ ਚੱਲੇ ਗੁਰੂ ਕੇ ਮਹਿਲ ਵਿਖੇ ਪਹੁੰਚੇ, ਜਿੱਥੇ ਨਵ ਜੰਮਿਆ ਬਾਲਕ ਮਾਤਾ ਨਾਨਕੀ ਜੀ ਦੇ ਨਾਲ ਪਲੰਘੇ ਤੇ ਵਿਸ਼ਰਾਮ ਕਰ ਰਿਹਾ ਸੀ। ਸਤਿਗੁਰੂ ਜੀ ਉਸ ਕਮਰੇ ਅੰਦਰ ਜਾ ਕੇ ਨਵ ਜੰਮੇ ਬੱਚੇ ਦੇ ਪੈਰਾਂ ਦੇ ਉੱਤੇ ਮਸਤਕ ਰੱਖ ਕੇ ਨਮਸਕਾਰ ਕਰਦੇ ਆ। ਭਾਈ ਬਿਧੀ ਚੰਦ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ
ਸੂਰਬੀਰਾਂ ਵਿੱਚੋਂ ਮਹਾਨ ਸੂਰਬੀਰ ਮਹਾਰਾਜ ਨੂੰ ਸਵਾਲ ਕਰਦੇ, ਕਹਿੰਦੇ ਮਹਾਰਾਜ ਸਮੁੱਚੀ ਕਾਇਨਾਤ ਤੁਹਾਨੂੰ ਮੱਥਾ ਟੇਕਦੀ ਆ, ਸਮੁੱਚੀ ਕਾਇਨਾਤ ਤੁਹਾਡੇ ਅੱਗੇ ਸਿਜਦਾ ਕਰਦੀ ਆ, ਤੁਸੀਂ ਇਸ ਨਵ ਜੰਮੇ ਬੱਚੇ ਦੇ ਪੈਰਾਂ ਉੱਤੇ ਮਸਤਕ ਰੱਖ ਕੇ ਨਮਸਕਾਰ ਕੀਤੀ ਹੈ, ਇਹਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਵਾਬ ਦਿੱਤਾ, ਦੀਨ ਰਸ਼ ਸੰਕਟ ਹਰੈ, ਇਹ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਆਇਆ ਹੈ, ਜਿਹੜੇ ਇਸ ਵਕਤ ਹਿੰਦੁਸਤਾਨ ਦੇ ਲੋਕਾਂ ਦੇ ਸਿਰ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਆ, ਇਹਨੇ ਉਹ ਬੱਦਲ ਦੂਰ ਕਰ ਦੇਣੇ ਆ। ਉੱਥੇ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅਰਦਾਸ ਕੀਤੀ ਕਿ ਹੇ ਪ੍ਰਮਾਤਮਾ ਕਿਰਪਾ ਕਰਿਓ, ਇਸ ਬੱਚੇ ਨੂੰ ਅੜਖ ਲਾਉਣ ਦੀ ਸ਼ਕਤੀ ਦਿਓ, ਬੁਰਾਈਆਂ ਨਾਲ ਜੂਝਣ ਦਾ ਬਲ ਦਿਓ, ਤੇ ਆਖਰੀ ਸਵਾਸਾਂ ਤੱਕ ਇਹ ਬੱਚਾ ਸੱਚ ਦੇ ਉੱਤੇ ਪਹਿਰਾ ਦਿੰਦਾ ਰਹੇ, ਇਹਦੇ ਅੰਗ ਸੰਗ ਹੋ ਕੇ ਇਹਦੀ ਸਹਾਇਤਾ ਕਰਿਓ। ਇਹ ਅਰਦਾਸ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਪਹਿਲੀ ਵਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦੀਦਾਰ ਕੀਤਾ, ਉਦੋਂ ਕਰਨਾ ਕੀਤੀ। ਨਾਲ ਹੀ ਮਹਾਰਾਜ ਨੇ ਬਚਨ ਕਹਿ ਦਿੱਤਾ, ਮੁਗਲ ਸਾਮਰਾਜ ਦੀਆਂ ਜਿਹੜੀਆਂ ਜੜ੍ਹਾਂ ਇਸ ਹਿੰਦੁਸਤਾਨ ਦੀ ਧਰਤੀ ਤੇ ਗਹਿਰੀਆਂ ਹੋ ਗਈਆਂ ਨਾ, ਉਹਨਾਂ ਜੜ੍ਹਾਂ ਨੂੰ ਹਿਲਾਉਣ ਦੇ ਵਿੱਚ ਮੇਰੇ ਇਸ ਪੁੱਤਰ ਦਾ ਬਹੁਤ ਵੱਡਾ ਯੋਗਦਾਨ ਹੋਏਗਾ। ਹੁਣ ਇਤਿਹਾਸ ਕਹਿੰਦਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬਾਕੀ ਚਾਰਾਂ ਪੁੱਤਰਾਂ ਨਾਲੋਂ ਤੇ ਆਪਣੀ ਧੀ ਬੀਬੀ ਵੀਰੋ ਜੀ ਦੇ ਨਾਲੋਂ ਇਸ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਇੱਕ ਦਿਨ ਸੁਭਾਵਕ ਮਾਤਾ ਨਾਨਕੀ ਜੀ ਨੇ ਬਚਨ ਕਹਿ ਸੱਚੇ ਪਾਤਸ਼ਾਹ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਤੁਹਾਡੇ 4 ਪੁੱਤਰ ਆ, ਫਿਰ 5ਵੀਂ ਧੀ ਆ ਬੀਬੀ ਵੀਰੋ, ਸਾਰੇ ਬੜੇ ਸਤਿਕਾਰ ਤਾਂ ਬੜੇ ਸਿਆਣੇ ਆ, ਜਨਮ ਉਹਨਾਂ ਦਾ ਵੀ ਹੋਇਆ, ਪਰ ਤੁਸੀਂ ਕਦੇ ਉਹਨਾਂ ਨੂੰ ਇੰਨਾ ਲਾਡ ਨਹੀਂ ਲਡਾਇਆ ਜਿੰਨਾ ਇਸ ਬੱਚੇ ਨੂੰ ਲਾਡ ਲਡਾ ਰਹੇ। ਕਾਰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਚਨ ਕਿਹਾ, ਪਹਿਲਾ ਕਾਰਨ ਅਜ਼ਰ ਜ਼ਰਨ ਔਰ ਧੀਰ ਤੁਰੰਤਰ, ਇਹ ਅਜ਼ਰ ਨੂੰ ਜ਼ਰਨ ਵਾਲਾ ਹੈ, ਧੀਰਜ ਦਾ ਧੁਰਾ ਹੈ। ਦੂਸਰੀ ਗੱਲ, ਇਸਕੋ ਪੁੱਤਰ ਹੋਏ ਬਲਵੰਡ ਤੇਜ ਪ੍ਰਚੰਡ ਤੁਰੰਡ ਖਲਖੰਡ, ਇਹਦੇ ਘਰ ਦੇ ਵਿੱਚ ਇੱਕ ਐਸੇ ਪੁੱਤਰ ਨੇ ਜਨਮ ਲੈਣਾ ਹੈ ਜਿਨੇ ਆਪਣੇ ਹੱਥ ਦੇ ਵਿੱਚ ਤਲਵਾਰ ਪਕੜਨੀ ਆ, ਤੇ ਉਸ ਤਲਵਾਰ ਦੀ ਤਿੱਖੀ ਧਾਰ ਦੇ ਨਾਲ ਹਿੰਦੁਸਤਾਨ ਦੇ ਲੋਕਾਂ ਦੇ ਗਲਾਂ 'ਚ ਜਿਹੜਾ ਗੁਲਾਮੀ ਦਾ ਸੰਗਲ ਪਿਆ, ਉਸ ਸੰਗਲ ਨੂੰ ਕੱਟ ਦੇਣਾ ਹੈ। ਤੇਰੇ ਇਸ ਪੁੱਤਰ ਦਾ ਆਉਣ ਵਾਲੇ ਭਵਿੱਖ ਵਿੱਚ ਇਹ ਗੁਣ ਵੇਖ ਕੇ ਇਹਨੂੰ ਮੈਂ ਤਾਂ ਸਿਜਦਾ ਕਰਦਾ, ਤਾਂ ਇਹਨੂੰ ਜ਼ਿਆਦਾ ਪਿਆਰ ਕਰਦਾ। ਹੁਣ ਥੋੜਾ ਜਿਹਾ ਧਿਆਨ ਦਿਓ, ਵਿਦਵਾਨ ਸੱਜਣ ਕਹਿੰਦੇ ਇੱਕ ਬੱਚੇ ਦਾ ਭਗਤ ਹੋਣਾ, ਦਾਨੀ ਹੋਣਾ, ਸੂਰਮਾ ਹੋਣਾ, ਉਹਦੇ ਪਿੱਛੇ ਮਾਂ ਦਾ ਬਹੁਤ ਵੱਡਾ ਰੋਲ ਹੈ। ਜਦੋਂ ਅਸੀਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਤਾ ਸਤਿਕਾਰਯੋਗ ਮਾਤਾ ਨਾਨਕੀ ਜੀ ਦਾ ਜੀਵਨ ਪੜਾਂਗੇ ਤੇ ਵਿਦਵਾਨ ਸੱਜਣਾ ਨੇ ਸਤਿਕਾਰਯੋਗ ਮਾਤਾ ਨਾਨਕੀ ਜੀ ਦਾ ਜੀਵਨ ਬਿਆਨ ਕਰਦਿਆਂ ਬਚਨ ਕਹੇ, ਕਹਿੰਦੇ ਜੀ ਸਤਿਕਾਰਯੋਗ ਮਾਤਾ ਨਾਨਕੀ ਜੀ ਆ ਜਿਹੜੇ ਬਹੁਤ ਰੰਗ ਰਤੜੀ ਰੂਹ ਹੈ, ਧਰਮਾਤਮਾ ਰੂਪਾ, ਧਰਮਾਤਮਾ ਵਾਲਾ ਜੀਵਨ ਹੈ ਸਤਿਕਾਰਯੋਗ ਮਾਤਾ ਨਾਨਕੀ ਜੀ ਦਾ। ਹਰ ਸਮੇਂ ਪਰਮਾਤਮਾ ਦੀ ਬੰਦਗੀ ਦੇ ਵਿੱਚ, ਹਰ ਸਮੇਂ ਸੇਵਾ ਦੇ ਵਿੱਚ, ਹਰ ਸਮੇਂ ਬਾਣੀ ਦੇ ਵਿੱਚ ਆਪਣੇ ਆਪ ਨੂੰ ਲਾ ਕੇ ਰੱਖਣਾ। ਫਿਰ ਹੀ ਕਿਤੇ ਐਸੇ ਪੁੱਤਰ ਦਾ ਘਰ ਵਿੱਚ ਆਉਣਾ ਹੁੰਦਾ ਹੈ ਜਿਹੜਾ ਪੁੱਤਰ ਆਉਣ ਵਾਲੇ ਭਵਿੱਖ ਦੇ ਵਿੱਚ ਲੋਕਾਂ ਨੂੰ ਇੱਕ ਨਵਾਂ ਮਾਰਗਦਰਸ਼ਨ ਦੇ ਦੇਵੇ। ਹੁਣ ਸੱਚੇ ਪਾਤਸ਼ਾਹ ਮਹਾਰਾਜ ਦੀ ਨਿਗਰਾਨੀ ਦੇ ਵਿੱਚ ਪਰਵਰਿਸ਼ ਆਰੰਭ ਹੋਈ ਆ। ਇਤਿਹਾਸ ਕਹਿੰਦਾ ਸਭ ਤੋਂ ਪਹਿਲਾਂ ਅੱਖਰੀ ਵਿਦਿਆ ਦੀ ਜਿਹੜੀ ਜ਼ਿੰਮੇਵਾਰੀ ਆ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਦੇਣਾ ਕੀਤੀ। ਭਾਈ ਗੁਰਦਾਸ ਜੀ, ਸਾਡੇ ਇਸ ਪੁੱਤਰ ਨੂੰ ਤੁਸੀਂ ਅੱਖਰੀ ਵਿਦਿਆ ਤੋਂ ਜਾਣੂ ਕਰਵਾਉਣਾ ਹੈ। ਭਾਈ ਗੁਰਦਾਸ ਜੀ ਨੇ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਾ ਕੀਤਾ। ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰ ਨੂੰ ਹੋਰ ਤਾਲੀਮ ਦੇਣ ਵਾਸਤੇ ਰਮਦਾਸ ਦੀ ਧਰਤੀ ਉੱਤੇ ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਕੋਲੇ ਭੇਜ ਦਿੱਤਾ। ਇੱਕ ਤਾਂ ਬਾਬਾ ਬੁੱਢਾ ਜੀ ਬ੍ਰਹਮ ਗਿਆਨ ਨੂੰ ਪੁੱਜੇ ਹੋਏ ਸਿੱਖ ਆ,
ਦੂਸਰਾ ਬਾਬਾ ਬੁੱਢਾ ਜੀ ਹੱਥੀਂ ਕਿਰਤ ਕਰਨ ਵਾਲੇ ਗੁਣ ਨੂੰ ਅਪਣਾ ਰਹੇ ਆ ਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਚਾਹੁੰਦੇ ਆ ਸਾਡਾ ਪੁੱਤਰ ਬਾਬਾ ਬੁੱਢਾ ਜੀ ਦੀ ਸੰਗਤ ਵਿੱਚ ਰਹੇ ਤੇ ਬਾਬਾ ਬੁੱਢਾ ਜੀ ਦੇ ਕੋਲੋਂ ਉਸ ਹਰ ਇੱਕ ਗੁਣ ਨੂੰ ਧਾਰਨ ਕਰੇ ਜਿਹੜਾ ਗੁਣ ਬਾਬਾ ਬੁੱਢਾ ਜੀ ਨੇ ਧਾਰਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਨਿਗਾਹ 'ਚ ਪ੍ਰਵਾਨ ਹੋ ਕੇ ਇਹ ਬਚਨ ਗੁਰੂ ਨਾਨਕ ਪਾਤਸ਼ਾਹ ਤੋਂ ਆਪਣੇ ਵਾਸਤੇ ਬੁਲਾ ਲੇ ਕਿ ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸਾਂ। ਸੱਚੇ ਪਾਤਸ਼ਾਹ ਮਹਾਰਾਜ ਲੰਬੇਰਾ ਸਮਾਂ ਰਮਦਾਸ ਦੀ ਧਰਤੀ ਤੇ ਰਹੇ। ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਵਡੇਰੀ ਉਮਰ ਦੇ ਵਿੱਚ ਹੱਥੀਂ ਕਿਰਤ ਕਰਦਿਆਂ ਇੰਨਾ ਵੇਖ ਕੇ ਪ੍ਰਭਾਵਿਤ ਹੋਏ। ਇੱਕ ਦਿਨ ਫਿਰ ਆਪਣੀ ਰਸਨਾ ਤੋਂ ਬੋਲ ਕਹੇ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਰਤੀਆਂ ਨੂੰ ਵਡਿਆਈ ਮਿਲਦੀ ਆ, ਗੁਰੂ ਨਾਨਕ ਦੇ ਘਰ ਦੇ ਵਿੱਚ ਵਿਹਲੜਾਂ ਦੀ ਕੋਈ ਜਗ੍ਹਾ ਨਹੀਂ ਹੈ। ਇੱਕ ਬੇਨਤੀ ਸਮਝਿਓ, ਸਿੱਖ ਕਦੇ ਵਿਹਲਾ ਰਹਿ ਨਹੀਂ ਸਕਦਾ। ਸਿੱਖ ਦੀ ਜ਼ਿੰਦਗੀ ਹਮੇਸ਼ਾ ਸਿੱਖਿਆ ਦੇ ਨਾਲ ਜੁੜੀ ਆ। ਸਿੱਖ ਹਰ ਸਮੇਂ ਕੁਝ ਨਾ ਕੁਝ ਸਿੱਖਦਾ ਰਹੇਗਾ ਤੇ ਆਪਣੇ ਗੁਰੂ ਦੇ ਹਮੇਸ਼ਾ ਨੇੜੇ ਹੋਇਆ ਰਹੇਗਾ। ਬਾਬਾ ਬੁੱਢਾ ਜੀ ਦੇ ਕੋਲ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਲੰਬੇਰਾ ਸਮਾਂ ਬਤੀਤ ਕੀਤਾ। ਉਸ ਤੋਂ ਬਾਅਦ ਭਾਈ ਜੇਠਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਜ਼ਿੰਮੇਵਾਰੀ ਦਿੱਤੀ ਸ਼ਾਸਤਰ ਵਿਦਿਆ ਦੀ। ਜਿੱਥੇ ਸਾਡਾ ਪੁੱਤਰ ਬਾਣੀ ਦਾ ਬੰਦਗੀ ਦਾ ਧਾਰਨੀ ਹੋਏਗਾ ਬਾਬਾ ਜੇਠਾ ਜੀ, ਉੱਥੇ ਤੁਸੀਂ ਸਾਡੇ ਪੁੱਤਰ ਤੇਗ ਬਹਾਦਰ ਜੀ ਨੂੰ ਤਲਵਾਰ ਚਲਾਉਣੀ, ਨੇਜਾ ਚਲਾਉਣਾ, ਤੀਰ ਕਮਾਨ ਚਲਾਉਣਾ ਤੇ ਘੋੜਾ ਸਵਾਰੀ ਵੀ ਸਿਖਾ ਦਿਓ। ਬਾਬਾ ਬੁੱਢਾ ਜੀ ਨੇ ਇਸ ਜ਼ਿੰਮੇਵਾਰੀ ਨੂੰ ਬਖੂਬੀ, ਵਾਹਿਗੁਰੂ ਭਾਈ ਜੇਠਾ ਜੀ ਨੇ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣਾ ਕੀਤਾ। ਹੁਣ ਇਤਿਹਾਸ ਆਪਣੇ ਪੜਾਅ ਚੱਲਦਾ ਚੱਲਦਾ ਇਤਿਹਾਸ ਨੇ ਅਗਲਾ ਬਚਨ ਮਹਾਰਾਜ ਦੇ ਜੀਵਨ ਦਾ ਸਾਂਝਾ ਕੀਤਾ। ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਟਿਕੇ ਹੋਏ ਆ। ਸੰਗਤਾਂ ਵੱਡੀ ਗਿਣਤੀ ਦੇ ਵਿੱਚ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਤੇ ਇੱਥੇ ਹੀ ਕਰਤਾਰਪੁਰ ਤੋਂ ਭਾਈ ਲਾਲ ਚੰਦ, ਉਹਨਾਂ ਦੀ ਬੇਟੀ ਵਾਹਿਗੁਰੂ, ਉਹਨਾਂ ਦੀ ਪਤਨੀ ਬੀਬੀ ਬਿਸ਼ਨ ਕੌਰ ਤੇ ਉਹਨਾਂ ਦੀ ਬੇਟੀ ਗੁਜਰੀ ਜੀ, ਉਹ ਵੀ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਆਏ। ਹੁਣ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ ਬੈਠੇ ਤੇਗ ਬਹਾਦਰ ਜੀ ਨੂੰ ਵੇਖ ਕੇ ਸਤਿਕਾਰਯੋਗ ਮਾਤਾ ਬਿਸ਼ਨ ਕੌਰ ਜੀ ਨੇ ਆਸੇ ਪਾਸਿਓਂ ਪੁੱਛਿਆ ਕਿ ਇਹ ਜਿਹੜੇ ਇਹਨਾਂ ਦੇ ਪੁੱਤਰ, ਇਹਨਾਂ ਦੀ ਸ਼ਾਦੀ ਹੋਈ ਆ ਕਿ ਨਹੀਂ ਹੋਈ? ਤੇ ਪਤਾ ਲੱਗਿਆ ਜੀ ਇਹ ਹੱਲੇ ਕੁਆਰੇ ਆ, ਇਹਨਾਂ ਦੀ ਸ਼ਾਦੀ ਨਹੀਂ ਹੋਈ। ਤੇ ਉਸੇ ਵਕਤ ਮਾਤਾ ਬਿਸ਼ਨ ਕੌਰ ਨੇ ਆਪਣੇ ਪਤੀ ਲਾਲ ਚੰਦ ਜੀ ਨਾਲ ਸਲਾਹ ਕੀਤੀ। ਕਹਿੰਦੇ ਜੀ ਵੇਖੋ, ਆਏ ਤਾਂ ਆਪਾਂ ਦਰਸ਼ਨ ਕਰਨ ਵਾਸਤੇ ਆ, ਪਰ ਮੈਂ ਚਾਹੁੰਦੀ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੁਪੁੱਤਰ ਤੇਗ ਬਹਾਦਰ ਦੇ ਨਾਲ ਆਪਣੀ ਗੁਜਰੀ ਦੀ ਸ਼ਾਦੀ ਹੋ ਜਾਏ। ਜੇ ਆਪਣੀ ਗੁਜਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਨੌਂ ਬਣ ਜਾਂਦੀ ਆ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਪਤਨੀ ਬਣ ਜਾਂਦੀ ਆ, ਤੇ ਆਪਣੀ ਗੁਜਰੀ ਦਾ ਆਉਣ ਵਾਲਾ ਭਵਿੱਖ ਬੜਾ ਉਜਲਾ ਹੋਏਗਾ। ਭਾਈ ਲਾਲ ਚੰਦ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਹਾਂ ਤਾਂ ਸਿੱਖ, ਛੋਟਾ ਮੂੰਹ ਤੇ ਵੱਡੀ ਗੱਲ ਕਰਨ ਲੱਗਿਆ। ਮਹਾਰਾਜ ਅਸੀਂ ਚਾਹੁੰਦੇ ਸਾਡੀ ਧੀ ਗੁਜਰੀ ਨੂੰ ਤੁਸੀਂ ਆਪਣੇ ਪੁੱਤਰ ਤੇਗ ਬਹਾਦਰ ਵਾਸਤੇ ਸਵੀਕਾਰ ਕਰ ਲਓ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੀ ਮਾਤਾ ਨਾਨਕੀ ਜੀ ਘਰ ਦੇ ਸਾਰੇ ਫੈਸਲੇ ਕਰਦੇ ਆ, ਤੁਸੀਂ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਕੋਲੇ ਜਾਓ, ਜੋ ਮਾਤਾ ਜੀ ਦਾ ਹੁਕਮ ਹੋਏਗਾ ਉਹ ਸਿਰ ਮੱਥੇ ਪ੍ਰਵਾਨ ਹੋ ਜਾਏਗਾ। ਫਿਰ ਦੋਨੋਂ ਜੀ ਲਾਲ ਚੰਦ ਤੇ ਬਿਸ਼ਨ ਕੌਰ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਕੋਲੇ ਜਾਂਦੇ ਆ। ਮਾਤਾ ਨਾਨਕੀ ਜੀ ਨੂੰ ਆਪਣੇ ਅੰਦਰ ਦੀ ਜਿਹੜੀ ਇੱਛਾ ਪ੍ਰਗਟ ਕਰਨਾ ਕੀਤੀ ਤੇ ਮਾਤਾ ਨਾਨਕੀ ਜੀ ਨੇ ਕਿਹਾ ਜੀ ਸਾਨੂੰ ਤੁਹਾਡੀ ਧੀ ਆਪਣੇ ਪੋਤਰੇ ਵਾਸਤੇ ਸਵੀਕਾਰ ਹੈ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਰਾਤ ਲੈ ਕੇ ਜਾਂਦੇ ਆ, ਸਤਿਕਾਰਯੋਗ ਭਾਈ ਲਾਲ ਚੰਦ ਜੀ ਬਹੁਤ ਪਿਆਰ ਦੇ ਨਾਲ ਜਿੰਨਾ ਹੋ ਸਕਦਾ ਸੀ ਮਹਾਰਾਜ ਦੇ ਅਦਬ ਸਤਿਕਾਰ ਦੇ ਵਿੱਚ ਉਹਨਾਂ ਨੇ ਆਪਣਾ ਆਪ ਸਮਰਪਣ ਕਰਨਾ ਕੀਤਾ। ਬੜੀ ਆਓ ਭਗਤ ਕੀਤੀ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪੁੱਤਰ ਨੂੰ ਵਿਆਹ ਕੇ ਤੁਰਨ ਲੱਗੇ ਤੇ ਦੋਨੋਂ ਹੱਥ ਜੋੜ ਕੇ ਭਾਈ ਲਾਲ ਚੰਦ ਖੜ ਗਿਆ, ਕਹਿੰਦਾ ਮਹਾਰਾਜ ਆਪਣੇ ਵੱਲੋਂ ਮੈਂ ਕੋਈ ਕਮੀ ਨਹੀਂ ਛੱਡੀ ਤੁਹਾਡੀ ਤੇ ਸੰਗਤ ਦੀ ਸੇਵਾ ਦੇ ਵਿੱਚ, ਪਰ ਸੱਚੇ ਪਾਤਸ਼ਾਹ ਫੇਰ ਵੀ ਅਗਰ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤੇ ਕਿਰਪਾ ਕਰਿਓ ਜੀ ਮੈਨੂੰ ਮਾਫ ਕਰਿਓ। ਦੂਸਰੀ ਗੱਲ, ਸੱਚੇ ਪਾਤਸ਼ਾਹ ਮਹਾਰਾਜ ਜਿੰਨਾ ਕਿ ਮੈਂ ਆਪਣੀ ਧੀ ਨੂੰ ਦੁਨੀਆ ਦੀ ਰੀਤ ਮੁਤਾਬਕ ਦਾਜ ਦੇ ਸਕਦਾ ਸਾਂ ਉਹਨਾਂ ਕੁ ਦਾਜ ਦੇ ਦਿੱਤਾ। ਮਹਾਰਾਜ ਧੀ ਨੂੰ ਦਿੱਤਾ, ਇਹ ਵੀ ਦਾਜ ਵੀ ਪ੍ਰਵਾਨ ਕਰ ਲਿਓ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉੱਥੇ ਇੱਕ ਬਚਨ ਕਿਹਾ,
ਉਹ ਬਚਨ ਅੱਜ ਦੁਨੀਆ ਵਿੱਚ ਰਹਿਣ ਵਾਲੇ ਹਰ ਇੱਕ ਲੜਕੇ ਦੇ ਬਾਪ ਤੇ ਮਾਂ ਨੂੰ ਅਪਣਾਉਣ ਦੀ ਜ਼ਰੂਰਤ ਆ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਚਨ ਕਹਿ ਭਾਈ ਲਾਲ ਚੰਦ ਜਨ ਤਨਜਾ ਅਰਪਨ ਕੀਨੰ ਤਿਨ ਪਾਤਸ਼ਾਹ ਕਿਆ ਰਖ ਲੀਨੰ। ਜਿਨੇ ਆਪਣੀ ਧੀ ਹੀ ਦਾਨ ਵਿੱਚ ਦੇ ਦਿੱਤੀ, ਦੱਸੋ ਨੇ ਪਿੱਛੇ ਕੀ ਰੱਖ ਲਿਆ। ਮਹਾਰਾਜ ਜੀ ਕਹਿੰਦੇ ਕਿਹੜੇ ਦਾਜ ਦੀ ਗੱਲ ਕਰਦੇ ਹੋ? ਸਭ ਤੋਂ ਵੱਡਾ ਦਾਜ ਹੈ ਚਾਵਾਂ ਨਾਲ ਪਾਲੀ ਹੋਈ ਧੀ ਨੂੰ ਕੁਝ ਪਲਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਆਪਣੇ ਤੋਂ ਦੂਰ ਕਰ ਦੇਣਾ। ਇੱਕ ਮਾਂ ਬਾਪ ਵੱਲੋਂ ਸਭ ਤੋਂ ਵੱਡਾ ਦਾਜ ਇਹ ਦਿੱਤਾ ਜਾਂਦਾ ਹੈ। ਇਹਨੂੰ ਕੰਨਿਆ ਦਾਨ ਵੀ ਪੁਰਾਤਨ ਸਮਿਆਂ ਦੇ ਵਿੱਚ ਕਿਹਾ ਜਾਂਦਾ ਸੀ। ਇਹ ਜੇ ਗੱਲ ਅੱਜ ਹਰ ਇੱਕ ਮਾਂ ਬਾਪ ਲੜਕੇ ਵਾਲੇ ਸਮਝ ਜਾਣ ਤੇ ਸ਼ਾਇਦ ਧੀਆਂ ਜਿਹੜੀਆਂ ਦਾਜ ਦੀ ਬਲੀ ਚੜ੍ਹਦੀਆਂ ਉਹ ਧੀਆਂ ਦਾਜ ਦੀ ਬਲੀ ਚੜ੍ਹਨ ਤੋਂ ਰੁਕ ਜਾਣਗੀਆਂ। ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕਿਹਾ। ਹੁਣ ਬਾਣੀ ਦਾ ਇੱਕ ਬਚਨ ਬੜਾ ਕਮਾਲ ਦਾ, ਮਾਲਕ ਜੀ ਨੇ ਕਿਹਾ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ। ਹੁਣ ਇੱਕ ਬੇਨਤੀ ਪਿਆਰ ਨਾਲ ਸਮਝਿਓ, ਬੱਚਿਆਂ ਨੂੰ ਕਿਸ ਪਾਸੇ ਲੈ ਕੇ ਜਾਣਾ ਇਹ ਮਾਂ-ਬਾਪ ਉੱਤੇ ਡਿਪੈਂਡ ਕਰਦਾ ਹੈ। ਅਗਰ ਇੱਕ ਮਾਂ-ਬਾਪ ਆਪਣੀ ਬੇਟੀ ਨੂੰ ਛੋਟੇ ਹੁੰਦਿਆਂ ਬਾਣੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ, ਸੇਵਾ ਵਾਲੇ ਪਾਸੇ ਲਾ ਦੇਵੇ, ਫਿਰ ਉਹ ਲੜਕੀ ਜਿੱਦਣ ਜਵਾਨ ਹੋਏ ਤੇ ਬਾਬਲ ਨੂੰ ਇੱਕ ਗੱਲ ਕਵੇ, ਬਾਬਲਾ ਕਿਰਪਾ ਕਰ ਮੈਨੂੰ ਦੁਨਿਆਵੀ ਦਾਜ ਨਹੀਂ ਚਾਹੀਦਾ, ਜੇ ਦੇਣਾ ਤੇ ਆਪਣੀ ਧੀ ਨੂੰ ਇਹ ਅਸੀਸ ਦੇ ਕਿ ਤੇਰੀ ਧੀ ਹਰ ਸਮੇਂ ਬਾਣੀ ਦੇ ਨਾਲ ਜੁੜੀ ਰਹੇ। ਮਹਾਰਾਜ ਜੀ ਕਹਿੰਦੇ ਆਪਣੀ ਧੀ ਨੂੰ ਇੰਨਾ ਕੁ ਬਾਣੀ ਦੇ ਲਾਗੇ ਕਰ ਦਿਓ, ਤੁਹਾਡੀ ਧੀ ਬੋਲ ਕੇ ਗੱਲ ਕਵੇ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਲਾਲ ਚੰਦ ਨੂੰ ਕਹੇ। ਮਹਾਰਾਜ ਜੀ ਕਹਿੰਦੇ ਭਾਈ ਲਾਲ ਚੰਦ ਧੀ ਦੇ ਦਿੱਤੀ ਆ, ਮਗਰ ਦੱਸ ਕੀ ਰੱਖ ਲਿਆ। 11 ਸਾਲ ਦੀ ਉਮਰ ਵਿੱਚ ਮਹਾਰਾਜ ਦੀ ਸ਼ਾਦੀ ਹੋ ਜਾਂਦੀ। 13 ਸਾਲ ਦੇ ਹੋਏ ਗੁਰੂ ਤੇਗ ਬਹਾਦਰ ਪਾਤਸ਼ਾਹ ਕਰਤਾਰਪੁਰ ਦੀ ਜੰਗ ਹੁੰਦੀ ਹੈ। ਪੈਂਦੇ ਖਾਨ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਲੜਨ ਵਾਸਤੇ ਆਉਂਦਾ। 13 ਸਾਲ ਦੀ ਉਮਰ ਹੈ, ਜੰਗ ਆਰੰਭ ਹੋ ਗਈ ਆ। ਤੇਗ ਬਹਾਦਰ ਜੀ ਵੀ ਤਲਵਾਰ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਕੁੱਦ ਪਏ। ਹੁਣ ਕਹਿੰਦੇ ਇੰਨੇ ਜ਼ੋਰ ਦੇ ਨਾਲ ਤਲਵਾਰ ਵਾਹ ਰਹੇ ਆ, ਵੈਰੀ ਸਾਹਮਣੇ ਟਿਕ ਨਹੀਂ ਪਾ ਰਿਹਾ। ਹਾਲੇ ਕੁਝ ਸਮਾਂ ਲੜਦਿਆਂ ਨੂੰ ਹੋਇਆ ਸੀ ਤੇ ਮਾਤਾ ਨਾਨਕੀ ਜੀ ਨੂੰ ਸੁਨੇਹਾ ਭੇਜ ਦਿੱਤਾ। ਸਿੱਖ ਨੂੰ ਕਿਹਾ ਜਾ ਕੇ ਤੇਗ ਬਹਾਦਰ ਨੂੰ ਕਹੋ ਤੁਹਾਨੂੰ ਲੰਬੇਰਾ ਸਮਾਂ ਹੋ ਗਿਆ ਮੈਦਾਨੇ ਜੰਗ ਵਿੱਚ ਲੜਦਿਆਂ, ਵਾਪਸ ਆ ਜਾਓ। ਉਸ ਸਿੱਖ ਨੇ ਆਣ ਕੇ ਸੁਨੇਹਾ ਦੇ ਦਿੱਤਾ ਜੀ ਮਾਤਾ ਜੀ ਬੁਲਾ ਰਹੇ, ਛੇਤੀ ਆ ਜਾਓ ਵਾਪਸ। ਤੇ ਬੜੇ ਪਿਆਰ ਸਹਿਤ ਅੱਗੋਂ ਜਵਾਬ ਦਿੱਤਾ, ਸਿੱਖ ਜੀ ਮਾਤਾ ਜੀ ਨੂੰ ਜਾ ਕੇ ਕਹਿ ਦਿਓ ਸੂਰਮੇ ਦਾ ਕੰਮ ਨਹੀਂ ਹੈ ਮੈਦਾਨੇ ਜੰਗ ਦੇ ਲੜਾਈ ਨੂੰ ਵਿੱਚੋਂ ਛੱਡ ਕੇ ਵਾਪਸ ਆ ਜਾਣਾ। ਚਲਦੀ ਜੰਗ ਦੇ ਵਿੱਚੋਂ ਸੂਰਮਾ ਅਗਰ ਵਾਪਸ ਆ ਰਿਹਾ ਇਹ ਉਹਦਾ ਸਭ ਤੋਂ ਵੱਡਾ ਅਧਰਮ ਹੈ। ਹੁਣ ਸੀਸ ਤਾਂ ਲੱਥ ਜਾਏਗਾ, ਪ੍ਰਾਣ ਤਾਂ ਚਲੇ ਜਾਣਗੇ, ਪਰ ਉਹਨਾਂ ਚਿਰ ਵਾਪਸ ਨਹੀਂ ਆਵਾਂਗਾ ਜਿੰਨਾ ਚਿਰ ਜੰਗ ਜਿੱਤੀ ਨਹੀਂ ਜਾਏਗੀ। ਇਹ ਬਚਨ 13 ਸਾਲ ਦੀ ਉਮਰ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਿੱਖ ਦੇ ਰਾਹੀਂ ਮਾਤਾ ਜੀ ਤੱਕ ਪਹੁੰਚਾ ਰਹੇ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸ਼ਸਤਰ ਵਿਦਿਆ ਪੱਖੋਂ ਵੀ ਮਹਾਰਾਜ ਨੂੰ ਨਿਪੁੰਨ ਕੀਤਾ। ਸਮਾਂ ਆਪਣੇ ਨਿਰੰਤਰ ਚਾਲੇ ਚੱਲਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੋਂ ਬਾਅਦ ਗੁਰੂ ਹਰਿਰਾਏ ਪਾਤਸ਼ਾਹ ਤਖਤ ਤੇ ਬਹਿੰਦੇ। ਗੁਰੂ ਹਰਿਰਾਏ ਪਾਤਸ਼ਾਹ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਤਖਤ ਤੇ ਬਹਿੰਦੇ ਆ। ਲੰਬੇਰਾ ਸਮਾਂ ਤੇਗ ਬਹਾਦਰ ਜੀ ਨੇ ਬਕਾਲੇ ਦੀ ਧਰਤੀ ਦੇ ਉੱਤੇ ਰੱਬੀ ਬੰਦਗੀ ਕਰਦਿਆਂ, ਕਿਰਤ ਕਰਦਿਆਂ ਬਤੀਤ ਕਰਨਾ ਕੀਤਾ ਹੈ। ਜਿੱਦਣ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਆ ਤੇ ਜੋਤੀ ਜੋਤ ਸਮਾਉਣ ਤੋਂ ਪ੍ਰਥਮ ਮਹਾਰਾਜ ਨੇ ਬਚਨ ਕਹਿ ਦਿੱਤਾ, ਬਾਬਾ ਬਸੈ ਗ੍ਰਾਮ ਬਕਾਲੇ, ਕਿ ਸਾਡੇ ਤੋਂ ਬਾਅਦ ਜਿਹੜੇ ਗੁਰੂ ਨਾਨਕ ਦੇ ਤਖਤ ਦੇ ਮਾਲਕ ਹੋਣਗੇ ਉਹ ਬਕਾਲੇ ਦੀ ਧਰਤੀ ਤੇ ਨਿਵਾਸ ਕਰਦੇ ਹੋਣਗੇ। ਇੱਧਰ ਹੁਣ ਜਦੋਂ ਮਹਾਰਾਜ ਨੇ ਬਚਨ ਕਹਿ ਦਿੱਤੇ, ਸਤਿਗੁਰੂ ਇਕਾਂਤ ਵਿੱਚ ਬੈਠਿਆ ਰੱਬੀ ਭਗਤੀ ਨਾਲ ਜੁੜੇ ਹੋਏ ਆ। 22 ਮੰਜੀਆਂ ਬਾਬਾ ਧੀਰਮਲ ਦੀ ਅਗਵਾਈ ਦੇ ਵਿੱਚ ਇਸ ਬਕਾਲੇ ਦੀ ਧਰਤੀ ਤੇ ਲੱਗ ਜਾਂਦੀਆਂ। ਹਾਲਾਂਕਿ ਬਾਬਾ ਧੀਰਮਲ ਨੇ ਗੱਲ ਕਹਿ ਦਿੱਤੀ ਕਿ ਜੀ ਵੇਖੋ ਉਹਨਾਂ ਨੇ ਬਚਨ ਕਿਹਾ ਬਾਬਾ ਬਸੇ ਗ੍ਰਾਮ ਬਕਾਲੇ, ਕੋਈ ਨਾਮ ਥੋੜਾ ਲਿਆ ਹੈ। ਉਹ ਬਾਬਾ ਬਚਨ ਮੇਰੇ ਵਾਸਤੇ ਵੀ ਤਾਂ ਹੋ ਸਕਦਾ ਹੈ। ਉਹ ਜਿਹੜੇ 22 ਮੰਜੀਆਂ ਉੱਥੇ ਲਾ ਕੇ ਬੈਠੇ ਆ ਉਹ ਇਸ ਸੋਚ ਨਾਲ ਬੈਠਿਆ ਕਿ ਬਾਬਾ ਸ਼ਬਦ ਸਾਡੇ ਵਾਸਤੇ ਕਿਆ ਹੋਇਆ।
पर इधर जदों गुरु साहब ने प्रगट होना उस तो पहला एक बड़ा चमत्कार होया कि इधर मक्खन शाह जिहड़ा जिहदे कोले पिता पुरखी सिक्खी आ बड़ा वड्डा सुदागर है ते ओदा जदों बेड़ा रेतले टापू ते आण के रुक जांदा वो अरदास करदा ते सच्चे पातशाह महाराज ओदी मदद करदे। हुण एक बेनती समझियो, कवि संतोख सिंह जी ने इस गल का जिक्र किया, जदों रेतले टापू ते बेड़ा रुक जाता मक्खन शाह लुबाणे दा ते मक्खन शाह ने अपने हथ पैर धो के मूँह धोता ते जपजी साहिब दा पाठ किया। जपजी साहिब दा पाठ करके अरदास की कि गुरु नानक पातशाह महाराज पिता पुरखी सिक्खी मेरे कोले आ, मैनू ये तां पता नहीं इस वक्त कौन तुहाडे तख्त दा मालक आ, पर मैनू ये पता जदों की भावना नाल तेरे चरनां च अरदास करदा तू अपने सिख दी अरदास जरूर पूरी करदा है। महाराज कृपा करो, मेरा ये जिहड़ा बेड़ा है मैं बहुत वड्डा सुदागर महाराज समान ना भरिया रेतले टापू ते अड़ गया, कृपा करो मैं अपने वालों सारे उपाय करके वेख ले, हुण तुहानू मदद करनी पैनी है। ते महाराज जे मेरा एक कारज हो जाए मैं 500 मोहरा दसवंध रूप विच तुहानू अर्पण करना करांगा। हुण इहदा जिहड़ा बेड़ा है वो महाराज पार ला दिंदे आ। ये जदों वो समान आन के वेचदा बहुत ज्यादा इनू वटक हुंदी, बड़ा वड्डा लाभ इन्हें नौकर चाकर रखे आ। हुण अंदर ख्याल आया जिस सच्चे पातशाह की कृपा सदका अज अमीरी आई है उस महाराज दे नाल कीता वचन जरूर पूरा करना चाहिए। बकाले की धरती ते आउंदा 22 अगे दुकानां लगियां होईयां ने, ये नहीं पता कि इन्हां विचों पूरा कौन आ। दो रख के परख करना चाहुंदा, जिहड़ा पूरा होएगा अपने आप बुला लेगा। हुण बाईयां ने दो लैके किसी ने सरपाओ दिता, किसी ने कुछ दिता, सीसां दित्तियां जी फिर आयो इस तरह, पर मक्खन शाह की तसल्ली ना हुई। किसी ने कहा एक होर इत्थे आ, उन्हां नूं तेग बहादुर कहंदे आ, गुरु हरगोबिंद पातशाह दे सपुत्तर आ, उन्हां दे भी दर्शन कर लेने चाहिए आ। जदों गुरु तेग बहादुर पातशाह दा दीदार कीता, 2 मोहरा रख के वापस मुड़न लग्या ते सच्चे पातशाह ने कहा मक्खन शाह गुरु घर दे विच जिहड़ी भेटा देण दी गल कीती होवे ओ भेटा दे देनी चाहिदी है। बस इन्नी गल सुनदियां सार इहनूं पता लग गया यही पूरे सतगुरु आ, जिहड़े महाराज ने बचन कहे सी बाबा बसे ग्राम बकाले, इन्हां वास्ते कहे 500 मोहरा रखियां ते उसे वक्त उच्चे चबारे ते चढ़ के रौला पाया गुरु लादो रे, गुरु लादो रे। दूर दूर तक आवाज गई आ ते सच्चे पातशाह महाराज दा प्रगट होना सुन के वड्डी गिणती दे विच संगत पहुंचण लगी। यह गल बाबे धीर मल नूं ना चंगी लगी। ਉਹਦੇ ਕੋਲ ਇੱਕ ਮਸੰਦ ਸੀ ਸਿੰਘਾਂ, ਉਹਨੂੰ ਇਹ ਗੱਲ ਚੰਗੀ ਨਾ ਲੱਗੀ। ਉਹਨੇ ਕਿਹਾ ਧੀਰ ਮਲ ਜੀ ਜੇ ਤੁਸੀਂ ਚਾਹੁੰਦੇ ਜੇ ਤੁਹਾਡਾ ਵਾਧਾ ਪ੍ਰਤਾਪ ਨਾ ਰੁਕੇ ਤੇ ਫਿਰ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਵਕਤ ਜਿਹੜੇ ਤੁਹਾਡੇ ਰਸਤੇ 'ਚ ਰੋੜਾ ਬਣ ਰਹੇ ਇਹਨਾਂ ਨੂੰ ਹਟਾਉਣਾ ਪਏਗਾ। हुण गोली चलाई इस शीहे मसंद ने बाबे धीर मल की सहायता दे नाल सच्चे पातशाह महाराज बच जाते आ ते जदों सारा कुछ शीहा मसंद लुट के धीर मल के डेरे च लै जांदा, फिर मक्खन शाह नूं पता लग्या, मक्खन शाह सब कुछ वापस लैके आउंदा। गुरु तेग बहादुर पातशाह ने एक बचन कहा मक्खन शाह उन्हें भी जिहड़ा काम कीता उही तूं कीता, फिर तेरे विच ते उहदे विच अंतर की होया? वो भी गुरु घर दियां वस्तुआं लुट के लै गया, तू वो भी लै आया ते ओदियां भी लै आया, ये काम चंगा नहीं, ओदियां भी वापस करिया। ते महाराज जी कहंदे जिहड़ियां संगतां दियां सी वो भी वापस करिया। मक्खन शाह कहंदा महाराज ये किदां हो सकदा, उन्हें एडा वड्डा अपराध कीता, उहनूं तां सज़ा देनी चाहिदी आ, तुसीं खिमा करदे पए हो। गुरु तेग बहादुर पातशाह ने बचन कहा मक्खन शाह सीमा करन को महा तप जान, खिमा करनी है सब तो वड्डा तप आ। कहंदे खिमा वाहिगुरू छिमा सकल तीर्थ इशनान, किसी नूं खिमा करनी ये 68 तीर्थां दे इशनान दे बराबर आ। वेखो जदों गुरु ग्रंथ साहिब दी बाणी पढ़ांगे ते महाराज ने बचन कहे जह खिमा तह आप, जिथे खिमा दा गुण आ जाए उत्थे परमात्मा आप वरतन लग पैंदा है।
ਖਿਮਾ ਦਾ ਗੁਣ ਕੀ ਛੋਟਾ ਗੁਣ ਨਹੀਂ ਹੈ। ਵੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਂਗੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬ ਦੀ ਬਾਬਤ ਇਹ ਬਚਨ ਕਹੇ ਗਏ, ਪਰਮਾਤਮਾ ਸਾਡੇ ਔਗਣ ਵੇਖਦਾ ਫੇਰ ਵੀ ਉਹ ਇਗਨੋਰ ਕਰੀ ਜਾਂਦਾ ਹੈ। ਇਹਦਾ ਅਰਥ ਉਹਦੇ ਚ ਖਿਮਾ ਦਾ ਗੁਣ ਆ। ਤੇ ਮਾਲਕ ਨੇ ਕਿਹਾ ਜਦੋਂ ਕੋਈ ਕਿਸੇ ਦਾ ਔਗਣ ਵੇਖ ਕੇ ਉਹਨੂੰ ਇਗਨੋਰ ਕਰ ਦਿੰਦਾ ਫਿਰ ਉਹ ਵੀ ਪਰਮਾਤਮਾ ਵਾਲੇ ਇਸ ਖਿਮਾ ਦੇ ਗੁਣ ਦਾ ਧਾਰਨੀ ਹੋ ਜਾਂਦਾ। ਜੈ ਖਿਮਾ ਤਹਿ ਆਪ, ਜਿੱਥੇ ਖਿਮਾ ਵਰਤਨ ਲੱਗ ਪਿਓ ਉੱਥੇ ਪਰਮਾਤਮਾ ਆਪ ਵਰਤਨ ਲੱਗ ਪੈਂਦਾ ਹੈ। ਇੱਕ ਬੇਨਤੀ ਪਿਆਰ ਨਾਲ ਸਮਝਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਬਚਨ ਕਿਹਾ, ਕਹਿੰਦੇ ਜਿਹ ਪ੍ਰਸਾਦ ਸਗਲ ਛਿਦਰ ਢਾਕੇ, ਜਿਹਦੀ ਕਿਰਪਾ ਸਦਕਾ ਤੇਰੇ ਸਾਰੇ ਐਬ ਢਕੇ ਹੋਏ ਆ, ਉਸ ਪਰਮਾਤਮਾ ਵਾਹਿਗੁਰੂ ਦੀ ਕੀਰਤੀ ਜ਼ਰੂਰ ਕਰਿਆ ਕਰ। ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣਗੇ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਪਰਮਾਤਮਾ ਸਾਡੇ ਦੁੱਖ ਵੀ ਵੇਖਦਾ ਹੈ ਪਰ ਦੁੱਖ ਵੇਖਣ ਦੇ ਬਾਵਜੂਦ ਨੇ ਕਦੇ ਨਹੀਂ ਕਿਹਾ ਕਿ ਇਹਨੂੰ ਜਿਹੜੀ ਮੈਂ ਕੋਈ ਚੀਜ਼ ਨਹੀਂ ਦੇਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਮੱਖਣ ਸ਼ਾਹ ਜੇ ਉਹਨੇ ਮਾੜਾ ਕਰਮ ਕੀਤਾ ਤੇ ਕਰਨ ਦੇ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਕੀਤਾ ਜਾਂਦਾ, ਖਿਮਾ ਕਰਦੇ। ਮਹਾਰਾਜ ਨੇ ਇੱਕ ਗੱਲ ਸਮਝਾ ਦਿੱਤੀ, ਸਿੱਖੋ ਇੱਕ ਗੱਲ ਜ਼ਿੰਦਗੀ 'ਚ ਯਾਦ ਰੱਖਿਓ, ਆਪਣੀ ਜ਼ਿੰਦਗੀ ਦੇ ਵਿੱਚ ਕ੍ਰੋਧ ਨਹੀਂ, ਆਪਣੀ ਜ਼ਿੰਦਗੀ ਦੇ ਵਿੱਚ ਖਿਮਾ ਦਾ ਗੁਣ ਜ਼ਰੂਰ ਧਾਰਨ ਕਰਿਓ। ਅਰਦਾਸ ਵਿੱਚ ਤੁਸੀਂ ਇੱਕ ਪਹਿਰਾ ਪੜ੍ਹਦੇ ਹੋ, ਮੈਂ ਕਈ ਵਾਰ ਸੰਗਤ ਦੇ ਨਾਲ ਉਹ ਪਹਿਰਾ ਸਾਂਝਾ ਕੀਤਾ। ਜਦੋਂ ਆਪਾਂ ਦੂਜਾ ਪਹਿਰਾ ਪੜਾਂਗੇ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿਠ ਕੀਤਾ। ਅੱਗੇ ਸ਼ਬਦ ਆਏਗਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਦੇਖ ਕੇ ਅਨਡਿਠ ਕਰਨ ਵਾਲਿਆਂ ਦੀ ਕਮਾਈ ਦਾ ਵੀ ਧਿਆਨ ਧਰਨਾ ਹੈ ਤਾਂ ਜੋ ਸਾਡੀ ਰਸਨਾ ਤੋਂ ਬਚਨ ਨਿਕਲੇ ਵਾਹਿਗੁਰੂ। ਹੁਣ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਨੂੰ ਖਿਮਾ ਕਰਦੇ, ਕੋਈ ਗੱਲ। ਹੁਣ ਸੱਚੇ ਪਾਤਸ਼ਾਹ ਮਹਾਰਾਜ ਕੁਝ ਸਮਾਂ ਇੱਥੇ ਟਿਕੇ। ਇੱਕ ਦਿਨ ਮੱਖਣ ਸ਼ਾਹ ਕਹਿੰਦਾ, ਮਹਾਰਾਜ ਮੇਰਾ ਮਨ ਕਰਦਾ ਕਿ ਮੈਂ ਹਰਮੰਦਰ ਸਾਹਿਬ ਨਕ ਮਸਤਕ ਹੋ ਕੇ ਆਵਾਂ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਉਸ ਪਾਵਨ ਨਗਰੀ ਨੂੰ ਤੱਕਣ ਵਾਸਤੇ ਮੇਰੀਆਂ ਅੱਖੀਆਂ ਮਹਾਰਾਜ ਤਰਸਦੀਆਂ ਪਈਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਮੱਖਣ ਸ਼ਾਹ ਤੂੰ ਇਕੱਲੇ ਨਹੀਂ, ਅਸੀਂ ਵੀ ਤੇਰੇ ਨਾਲ ਚੱਲਾਂਗੇ, ਅਸੀਂ ਵੀ ਉਸ ਨਗਰੀ ਦਾ ਦੀਦਾਰ ਕਰਨਾ ਚਾਹੁੰਦੇ ਆ। ਜਦੋਂ ਮਹਾਰਾਜ ਮੱਖਣ ਸ਼ਾਹ ਦੇ ਨਾਲ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਗਏ ਤੇ ਮਸੰਦਾ ਨੇ ਉਸੇ ਵਕਤ 4 ਦਰਵਾਜ਼ੇ ਵੀ ਬੰਦ ਕਰ ਦਿੱਤੇ, ਜਿਹੜਾ ਡਿਉੜੀ ਦਾ ਦਰਵਾਜ਼ਾ ਉਹ ਵੀ ਬੰਦ ਕੀਤਾ। ਇੱਥੋਂ ਤੱਕ ਰੱਬੀ ਬਾਣੀ ਦਾ ਕੀਰਤਨ ਬੰਦ ਕਰਵਾ ਕੇ ਉਹਨਾਂ ਨੇ ਉਹ ਦਰਬਾਰ ਸਾਹਿਬ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ। ਸੱਚੇ ਪਾਤਸ਼ਾਹ ਮਹਾਰਾਜ ਨੂੰ ਅੰਦਰ ਨਹੀਂ ਆਉਣ ਦੇ ਰਹੇ। ਉਹਨਾਂ ਦੇ ਅੰਦਰ ਇੱਕ ਖਿਆਲ ਆ, ਮਹਾਰਾਜ ਪ੍ਰਗਟ ਹੋਏ ਆ, ਵਿਸਾਖੀ ਦੇ ਦਿਨ ਤੇ ਆਏ ਆ ਤੇ ਇਹਨਾਂ ਦੇ ਆਉਣ ਦਾ ਮਕਸਦ ਹੋਏਗਾ ਜਿੰਨੀਆਂ ਵੀ ਸੰਗਤਾਂ ਭਟਾਵਾਂ ਲੈ ਕੇ ਆ ਰਹੀਆਂ ਉਹ ਸਾਰੀਆਂ ਭਟਾਵਾਂ ਸੀ ਲੈ ਕੇ ਵਾਪਸ ਬਕਾਲੇ ਚਲੇ ਜਾਵਾਂਗੇ। ਆਪ ਤਾਂ ਲਾਲਚੀ ਸੀ, ਗੁਰੂ ਪ੍ਰਤੀ ਵੀ ਉਹੀ ਸੋਚ ਰੱਖ ਕੇ ਬਹਿ ਗਏ। ਮਹਾਰਾਜ ਉੱਥੋਂ ਪਾਸੇ ਹੋਏ ਥੋੜਾ ਜਿਹਾ, ਜਿੱਥੇ ਅੱਜ ਤੁਸੀਂ ਜਦੋਂ ਅਕਾਲ ਤਖਤ ਸਾਹਿਬ ਦਾ ਦੀਦਾਰ ਕਰਕੇ ਅਸੀਂ ਨਿਕਲਦੇ ਆਂ ਬਾਹਰ, ਸਾਹਮਣੇ ਗੁਰਦੁਆਰਾ ਥੜਾ ਸਾਹਿਬ, ਮਹਾਰਾਜ ਉਸ ਜਗ੍ਹਾ ਤੇ ਬੈਠੇ। ਸੱਚੇ ਪਾਤਸ਼ਾਹ ਮਹਾਰਾਜ ਉੱਥੇ ਕੁਝ ਸਮਾਂ ਬੈਠਣ ਤੋਂ ਬਾਅਦ ਮਹਾਰਾਜ ਵੱਲੇ ਪਿੰਡ ਨੂੰ ਚਲੇ ਗਏ। ਹੁਣ ਇੱਧਰ ਜਦੋਂ ਮੱਖਣ ਸ਼ਾਹ ਨੇ ਦੀਦਾਰ ਕੀਤਾ, ਮਹਾਰਾਜ ਚਲੇ ਗਏ ਤੇ ਇਹਨਾਂ ਪੁਜਾਰੀਆਂ ਨੇ ਉਸੇ ਵਕਤ ਚਾਰੇ ਦਰਵਾਜ਼ੇ ਖੋਲ ਦਿੱਤੇ। ਡਿਉੜੀ ਦਾ ਦਰਵਾਜ਼ਾ ਵੀ ਖੋਲਿਆ, ਦਰਬਾਰ ਦੇ ਦਰਵਾਜ਼ੇ ਵੀ ਖੋਲ ਦਿੱਤੇ। ਸੰਗਤਾਂ ਆਉਣ ਲੱਗੀਆਂ, ਮੱਥਾ ਟੇਕਣ ਲੱਗੀਆਂ, ਇਹਨਾਂ ਨੇ ਭਟਾਵਾਂ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ। ਮੱਖਣ ਸ਼ਾਹ ਆਇਆ, ਉਹਨੇ ਕੜਾਹ ਪ੍ਰਸ਼ਾਦੀ ਦੇਗ ਕਰਵਾਈ। ਨਮਸਕਾਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਵਾਉਣ ਤੋਂ ਬਾਅਦ ਮੱਖਣ ਸ਼ਾਹ ਨੂੰ ਦੇਗ ਦਿੱਤੀ ਤੇ ਮੱਖਣ ਸ਼ਾਹ ਕਹਿੰਦਾ, ਮਹਾਰਾਜ ਚੱਲ ਕੇ ਆਏ, ਤੁਸੀਂ ਦਰਵਾਜ਼ੇ ਬੰਦ ਕਰ ਲਏ, ਬੜਾ ਵੱਡਾ ਕੁਕਰਮ ਕੀਤਾ ਜੀ, ਇਹ ਬੜਾ ਵੱਡਾ ਪਾਪ ਤੁਹਾਡੇ ਕੋਲ ਹੋ ਗਿਆ। ਜਾਂ ਤਾਂ ਆਪਣੇ ਪਾਪ ਦੀ ਖਿਮਾ ਮੰਗ ਲਓ, ਨਹੀਂ ਤਾਂ ਯਾਦ ਰੱਖਿਓ ਪਾਪ ਤੁਹਾਡੇ ਬੱਚਿਆਂ ਤੱਕ ਪਹੁੰਚੇਗਾ, ਤੁਹਾਡੇ ਬੱਚਿਆਂ ਦਾ ਭਵਿੱਖ ਦੁਖਦਾਈ ਬਣ ਜਾਏਗਾ। ਇਹ ਮਸੰਦ ਡਰ ਗਏ। ਇਹ ਫਿਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਅੰਮ੍ਰਿਤਸਰ ਸਾਹਿਬ ਤੋਂ ਚੱਲੇ, ਕੁਝ ਭਟਾਵਾਂ ਲੈ ਕੇ ਵੱਲੇ ਪਿੰਡ ਪਹੁੰਚ ਗਏ। ਵੱਲੇ ਪਿੰਡ ਜਾ ਕੇ ਇਹਨਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਨਮਸਕਾਰ ਕੀਤੀ। ਕਹਿੰਦੇ, ਮਹਾਰਾਜ ਅਸਲ ਵਿੱਚ ਅਸੀਂ ਤੁਹਾਨੂੰ ਰੋਕਣਾ ਨਹੀਂ ਸੀ, ਅਸੀਂ ਤਾਂ ਰੋਕਿਆ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ 4 ਜੰਗਾਂ ਲੜੀਆਂ। ਉਸ ਦਿਨ ਤੋਂ ਬਾਅਦ ਮਹਾਰਾਜ ਜਿਹੜੀ ਮੁਗਲ ਸਰਕਾਰ ਆ ਉਹ ਸਿੱਖਾਂ ਦੀ ਕੱਟੜ ਦੁਸ਼ਮਣ ਬਣ ਗਈ।
ਮਹਾਰਾਜ ਨੇ ਪੈਂਦੇ ਖਾਨ ਨੂੰ ਮਾਰਿਆ। ਪੈਂਦੇ ਖਾਨ ਦਾ ਪੁੱਤਰ ਕਈ ਵਾਰ ਅੰਮ੍ਰਿਤਸਰ ਸਾਹਿਬ ਆਇਆ। ਉਹ ਪੁੱਛਦਾ ਰਹਿੰਦਾ ਸੀ ਸਿੱਖਾਂ ਦੇ ਕੋਲੋਂ, ਤੁਹਾਡਾ ਗੁਰੂ ਕੋਈ ਵਾਪਸ ਇੱਧਰ ਆਇਆ ਤਾਂ ਨਹੀਂ? ਤੇ ਮਹਾਰਾਜ ਸਾਨੂੰ ਡਰ ਸੀ ਤੁਸੀਂ ਆਏ ਹੋ, ਤੇ ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਸਾਡਾ ਆਉਣ ਵਾਲਾ ਪਰਿਵਾਰਾਂ ਦਾ ਭਵਿੱਖ ਖਤਰੇ 'ਚ ਪੈ ਜਾਣਾ ਸੀ, ਤਾਂ ਮਹਾਰਾਜ ਤੁਹਾਨੂੰ ਆਉਣ ਤੋਂ ਰੋਕਿਆ। ਬਾਕੀ ਮਹਾਰਾਜ ਅੰਮ੍ਰਿਤਸਰ ਸਾਹਿਬ ਤੁਹਾਡਾ, ਦਰਬਾਰ ਸਾਹਿਬ ਤੁਹਾਡਾ, ਤੁਸੀਂ ਚੱਲੋ, ਚੱਲ ਕੇ ਸਾਂਭ ਸੰਭਾਲ ਕਰੋ। ਅਸੀਂ ਤਾਂ ਮਹਾਰਾਜ ਇੱਥੇ ਸੇਵਕ ਆ। ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸਭ ਕੁਝ, ਵਾਹਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਸਭ ਕੁਝ ਸੁਣਦੇ ਰਹੇ। ਤੇ ਕੁਝ ਸਮੇਂ ਬਾਅਦ ਮਹਾਰਾਜ ਬੋਲੇ, ਸੱਚੇ ਪਾਤਸ਼ਾਹ ਕਹਿੰਦੇ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾਗਰ ਤੇ ਅੰਦਰ ਸੜੀਏ। ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਮਸੰਦ ਨਹੀਂ ਹੋ ਸਕਦੇ, ਤੁਸੀਂ ਤਾਂ ਤ੍ਰਿਸ਼ਨਾ ਦੇ ਨਾਲ ਅੰਦਰੋਂ ਸੜੇ ਪਏ ਹੋ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਸੇਵਾਦਾਰ ਤਾਂ ਅੰਦਰੋਂ ਠੰਡਕ ਦੇ ਵਿੱਚ, ਤੁਸੀਂ ਗੁਰੂ ਰਾਮਦਾਸ ਜੀ ਦੇ ਘਰ ਦੇ ਮਸੰਦ ਨਹੀਂ ਹੋ ਸਕਦੇ। ਵੇਖੋ, ਇੱਕ ਬੇਨਤੀ ਪਿਆਰ ਨਾਲ ਸਮਝਿਓ, ਗੁਰੂ ਨਾਨਕ ਦੇ ਘਰ ਦੀ ਸੇਵਾ ਕੋਈ ਛੋਟੀ ਸੇਵਾ ਨਹੀਂ ਹੈ। ਇਸ ਘਰ ਦੀ ਸੇਵਾ ਕਰਨ ਵਾਲਾ ਰੱਬੀ ਗੁਣਾਂ ਦਾ ਧਾਰ ਨਹੀਂ ਹੋਣਾ ਚਾਹੀਦਾ। ਇਸ ਘਰ ਦੀ ਸੇਵਾ ਕਰਨ ਵਾਲਾ ਅੰਦਰੋਂ ਨਿਮਰਤਾ ਦੇ ਨਾਲ ਭਰਿਆ ਹੋਵੇ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਨ ਵਾਲਾ ਵੀ ਗੁੱਸੇ 'ਚ ਆ ਜਾਏਗਾ, ਫਿਰ ਲੋਕੀ ਕੀ ਕਹਿਣਗੇ? ਜੇ ਬਾਬੇ ਨਾਨਕ ਦੇ ਦਰ ਦੀ ਸੇਵਾ ਕਰਨ ਵਾਲਿਆਂ ਦੀ ਜ਼ਬਾਨ ਤੇ ਵੀ ਕੌੜੇ ਬੋਲ ਆ, ਤੇ ਆਮ ਬੰਦੇ ਦੀ ਜ਼ਿੰਦਗੀ ਫਿਰ ਕੀ ਹੋਏਗੀ? ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਤੁਸੀਂ ਮਸੰਦ ਗੁਰੂ ਰਾਮਦਾਸ ਜੀ ਦੇ ਘਰ ਦੇ ਨਹੀਂ ਹੋ ਸਕਦੇ। ਓਏ, ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਤਾਂ ਉਹ ਆ ਜਿਨ੍ਹਾਂ ਬਾਬਤ ਭੱਟ ਸਾਹਿਬਾਨਾਂ ਨੇ ਬਚਨ ਕਿਹਾ, ਗੁਰੂ ਰਾਮਦਾਸ ਪਾਤਸ਼ਾਹ ਜਦੋਂ ਤੂੰ ਰਹਿਮਤ ਦੇ ਘਰ ਵਿੱਚ ਆਣ ਕੇ ਕਿਸੇ ਤੇ ਦ੍ਰਿਸ਼ਟੀ ਪਾ ਜਾਏ ਤੇ ਉਹਦੀ ਜ਼ਿੰਦਗੀ ਨੂੰ ਚਾਰ ਚੰਨ ਲੱਗ ਜਾਂਦੇ ਆ। ਮਹਾਰਾਜ ਨੇ ਕਿਹਾ, ਤੁਸੀਂ ਉਸੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਸੇਵਾ ਕਰਕੇ ਵੀ ਲਾਲਚੀ ਹੋ, ਅਸੀਂ ਤੁਹਾਨੂੰ ਪ੍ਰਵਾਨ ਨਹੀਂ ਕਰਦੇ, ਜਾਓ, ਚਲੇ ਜਾਓ। ਪਰ ਯਾਦ ਰੱਖਿਓ, ਕਵੀ ਸੰਤੋਖ ਸਿੰਘ ਜੀ ਨੇ ਬਚਨ ਕਹੇ, ਕਹਿੰਦੇ, ਸਰੋਤਾ ਜਨੋ ਇਹ ਨਾ ਸਮਝੋ ਮਸੰਦ ਮਰ ਗਏ ਆ। ਅੱਜ ਵੀ ਕਹਿੰਦੇ ਉਸੇ ਹੀ ਬਿਰਤੀ ਦੇ ਮਸੰਦ ਤੁਹਾਨੂੰ ਗੁਰਦੁਆਰਿਆਂ ਦੇ ਵਿੱਚੋਂ ਮਿਲ ਜਾਣਗੇ, ਜਿਹੜੇ ਅੱਜ ਵੀ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਕੇ ਉਸੇ ਤਰ੍ਹਾਂ ਅੰਦਰੋਂ ਕੁੜਤਨ ਨਾਲ ਭਰੇ ਪਏ। ਖੈਰ, ਸੱਚੇ ਪਾਤਸ਼ਾਹ ਇੱਥੇ ਵੱਲੇ ਪਿੰਡ ਰਹੇ। ਇੱਥੇ ਵੱਲੇ ਪਿੰਡ ਹੀ ਮਹਾਰਾਜ ਨੇ ਬਚਨ ਕਹੇ, ਮਾਈਆਂ ਰੱਬ ਰਜ਼ਾਈਆਂ। ਇੱਥੇ ਹੀ ਮਾਤਾ ਹਰਾਂ ਨੇ ਬਹੁਤ ਪਿਆਰ ਸਹਿ ਸਤਿਗੁਰ ਦੀ ਸੇਵਾ ਕਰਨਾ ਕੀਤੀ। ਹੁਣ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਬਚਨ ਕਹਿ ਦਿੱਤੇ, ਮਾਈਆਂ ਰੱਬ ਰਜਾਈਆਂ, ਮਹਾਰਾਜ ਨੇ ਬਚਨ ਕਿਹਾ, ਵੱਲਾ ਗੁਰੂ ਕਾ ਗੱਲਾ। ਸੱਚੇ ਪਾਤਸ਼ਾਹ ਨੇ ਜਦੋਂ ਪਿਆਰ ਭਰੇ ਬਚਨ ਕਹੇ ਤੇ ਇਤਿਹਾਸ ਨੇ ਕਿਹਾ, ਫਿਰ ਸੰਗਤਾਂ ਨੇ ਕਿਹਾ, ਮਹਾਰਾਜ ਕਿਰਪਾ ਕਰੋ, ਜੇ ਤਰੁੱਟ ਕੇ ਮਾਈਆਂ ਰੱਬ ਰਜਾਈਆਂ ਦੇ ਬਚਨ ਕਹਿ ਦਿੱਤੇ, ਮਹਾਰਾਜ ਜੇ ਤਰੁੱਟ ਕੇ ਵੱਲਾ ਗੁਰੂ ਕਾ ਗੱਲਾਂ ਦਾ ਬਚਨ ਕਹਿ ਦਿੱਤਾ, ਤੇ ਸਤਿਗੁਰੂ ਨੇ ਕਿਰਪਾ ਕਰਕੇ ਜਮਾਂ ਦੇ ਡਰ ਤੋਂ ਮੁਕਤ ਹੋਣ ਦਾ ਵੀ ਤਰੀਕਾ ਦੱਸ ਦਿਓ। ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਬੜਾ ਪਿਆਰ ਸਹਿਤ ਉਤੇ ਸ਼ਬਦ ਪੜਿਆ। ਮਾਲਕ ਜੀ ਕਹਿੰਦੇ, ਪ੍ਰਾਨੀ ਕੌਣ ਉਪਾਉ ਕਰੇ, ਕਹਿੰਦੇ ਜਾਂਕ ਤੇ ਭਗਤ ਰਾਮ ਕੀ ਪਾਵੇ, ਜਮ ਕੋ ਤਰਾਸ ਹਰੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਤੁਸੀਂ ਕਹਿੰਦੇ ਜੇ ਜਮਾਂ ਦਾ ਡਰ ਤੋਂ ਕਿੱਦਾਂ ਮੁਕਤੀ ਮਿਲੇਗੀ? ਸਿੱਖੋ, ਜੇ ਜਮਾਂ ਦੇ ਡਰ ਤੋਂ ਮੁਕਤੀ ਲੈਣੀ ਜੇ, ਫਿਰ ਪ੍ਰਮਾਤਮਾ ਦੀ ਭਗਤੀ ਕਰਿਆ ਕਰੋ। ਜਿਵੇਂ ਜਿਵੇਂ ਤੁਸੀਂ ਪ੍ਰਮਾਤਮਾ ਦਾ ਨਾਮ ਜਪਦੇ ਜਾਓਗੇ, ਤਿਵੇਂ ਤਿਵੇਂ ਮਾਲਕ ਜੀ ਕਹਿੰਦੇ ਤੁਹਾਡੀ ਜ਼ਿੰਦਗੀ ਚੋਂ ਜਮਾਂ ਦਾ ਡਰ ਵੀ ਮੁੱਕਦਾ ਜਾਏਗਾ। ਇਹਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹਿਣਾ ਕੀਤਾ। ਸਤਿਗੁਰੂ ਕਹਿੰਦੇ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਸੱਚੇ ਪਾਤਸ਼ਾਹ ਮਹਾਰਾਜ ਨੇ ਵੱਲੇ ਪਿੰਡ ਵਾਲਿਆਂ ਨੂੰ ਉਪਦੇਸ਼ ਦਿੱਤਾ। ਇਤੋਂ ਸੱਚੇ ਪਾਤਸ਼ਾਹ ਮਹਾਰਾਜ ਚੱਲੇ ਸਾਹਿਬ ਜੀ ਕੀਰਤਪੁਰ ਦੀ ਧਰਤੀ ਤੇ ਆਏ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਕੁਝ ਸਮਾਂ ਰਹੇ। ਮਹਾਰਾਜ ਆਸੇ-ਪਾਸੇ ਪਹਾੜੀ ਇਲਾਕੇ ਵਿੱਚ ਵਿਚਰੇ ਤੇ ਉੱਥੇ ਰਮਣੀਕ ਜਗ੍ਹਾ ਵੇਖ ਕੇ ਮਹਾਰਾਜ ਨੇ ਨਗਰ ਵਸਾਉਣ ਦਾ ਮਨ ਬਣਾਇਆ ਹੈ। ਹੁਣ ਇਤਿਹਾਸ ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ ਨੇ ਤੱਕ ਲਾਇਆ, ਮਿਸਤਰੀ ਮਜ਼ਦੂਰ ਬੁਲਾਏ ਗਏ। ਕੁਝ ਮਹੀਨਿਆਂ ਦੇ ਵਿੱਚ ਬਹੁਤ ਸੁੰਦਰ ਨਗਰ ਦੀ ਉਸਾਰੀ ਹੋਈ।
ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਵਪਾਰੀਆਂ ਨੂੰ ਵਪਾਰ ਕਰਨ ਵਾਸਤੇ ਸੱਦਾ ਭੇਜਿਆ। ਆਸੇ ਪਾਸੇ ਤੱਕ ਹੁਕਮਨਾਮੇ ਭੇਜ ਦਿੱਤੇ, ਭਾਈ ਆਓ, ਨਵੀਂ ਨਗਰੀ ਵਸ ਰਹੀ ਆ, ਜਿਨੇ ਇਸ ਨਗਰ ਦੇ ਵਿੱਚ ਪਰਿਵਾਰ ਸਮੇਤ ਰਹਿਣਾ ਉਹਨੂੰ ਖੁੱਲਾ ਸੱਦਾ ਹੈ। ਵੱਡੀ ਗਿਣਤੀ ਵਿੱਚ ਸਿੱਖ ਪਰਿਵਾਰਾਂ ਸਮੇਤ ਰਹਿਣ ਵਾਸਤੇ ਇੱਥੇ ਆਏ ਤੇ ਇਤਿਹਾਸ ਕਹਿੰਦਾ ਮਹਾਰਾਜ ਨੇ ਇਸ ਨਗਰ ਦਾ ਨਾਮ ਆਨੰਦਪੁਰ ਰੱਖਿਆ। ਮਹਾਰਾਜ ਨੇ ਕਿਹਾ ਇਹ ਸਾਡੀ ਆਨੰਦਾਂ ਦੀ ਪੁਰੀ ਆ, ਜਦੋਂ ਕਿ ਭਾਵਨਾ ਨਾਲ ਇਸ ਆਨੰਦਾਂ ਦੀ ਪੁਰੀ ਵਿੱਚ ਆਣ ਕੇ ਝੁਕੇਗਾ ਉਹਨੂੰ ਅੰਦਰ ਦਾ ਆਨੰਦ ਮਿਲ ਜਾਏਗਾ। ਹੁਣ ਇੱਥੇ ਹੀ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਨਗਰੀ ਵਸਾਈ ਨਾ ਜੀ ਆਨੰਦਪੁਰ ਸਾਹਿਬ ਦੀ, ਤੇ ਇਤਿਹਾਸ ਕਹਿੰਦਾ ਇੱਕ ਬਹੁਤ ਵੱਡਾ ਦੈਂਤ ਜਿਹੜਾ ਇਸ ਵਸੀ ਹੋਈ ਨਗਰੀ ਤੋਂ ਖੁਸ਼ ਨਹੀਂ ਸੀ, ਕਹਿੰਦੇ ਰਾਤ ਦਾ ਸਮਾਂ ਬਹੁਤ ਤੇਜ਼ ਤੂਫਾਨ ਚੱਲਿਆ, ਸਾਰੇ ਪਾਸੇ ਬਦਬੂ ਹੀ ਫੈਲੀ। ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਿੱਖਾਂ ਨੇ ਕੱਪੜੇ ਨਾਲ ਆਪਣੇ ਨੱਕ ਢੱਕੇ। ਇਸ ਬਦਬੂ ਤੋਂ ਬਚਣ ਵਾਸਤੇ ਕੀ ਤੱਕਿਆ, ਇਸ ਨਗਰੀ ਦਾ ਜਿਹੜਾ ਮੇਨ ਦਰਵਾਜ਼ਾ ਸੀ, ਉਸ ਦਰਵਾਜ਼ੇ ਕੋ ਬਹੁਤ ਉੱਚੇ ਕੱਦ ਵਾਲਾ ਦੈਂਤ ਆ ਰਿਹਾ ਹੈ, ਜਿਹਦੇ ਲੰਮੇ ਲੰਮੇ ਵਾਲ, ਲੰਮੇ ਲੰਮੇ ਦੰਦ, ਸਿਰ ਤੇ ਸਿੰਘ, ਉਹਦੇ ਗਲ ਦੇ ਵਿੱਚ ਹੱਡੀਆਂ ਦੇ ਹਾਰ ਪਾਏ ਹੋਏ ਆ। ਜਦੋਂ ਆਇਆ ਇੱਕ ਗੱਲ ਕਹਿੰਦਾ, ਮੈਂ ਤੁਹਾਨੂੰ ਖਾ ਜਾਵਾਂਗਾ, ਤੁਸੀਂ ਇੱਥੇ ਆਣ ਕੇ ਕਿੱਦਾਂ ਵਸੇ ਹੋ। ਇਤਿਹਾਸ ਕਹਿੰਦਾ ਇੱਥੇ ਕੋਈ ਵੀ ਨਗਰ ਵਸਾ ਕੇ ਰਾਜੀ ਨਹੀਂ ਸੀ, ਕਿਉਂਕਿ ਸਾਰੇ ਜਾਣਦੇ ਸੀ ਮਾਖੋ ਦੈਂਤ ਇੱਥੇ ਰਹਿੰਦਾ ਹੈ, ਸਾਰੇ ਡਰਦੇ ਸੀ। ਹੁਣ ਜਦੋਂ ਇਹ ਨਗਰੀ ਵਸੀ, ਸੰਗਤਾਂ ਨੂੰ ਕਹਿੰਦਾ ਮੈਂ ਤੁਹਾਨੂੰ ਖਾ ਜਾਵਾਂਗਾ। ਮਹਾਰਾਜ ਨੇ ਕਮਾਨ ਚੱਕੀ, ਸੱਚੇ ਪਾਤਸ਼ਾਹ ਨੇ ਪੱਥੇ ਚੋਂ ਤੀਰ ਕੱਢਿਆ, ਜਦੋਂ ਇਹਦੇ ਵੱਲ ਨੂੰ ਨਿਸ਼ਾਨਾ ਸਾਧਿਆ ਇਹ ਦੈਂਤ ਡਰ ਗਿਆ। ਇਹਨੇ ਕਿਹਾ ਕਿਤੇ ਸੱਚੇ ਪਾਤਸ਼ਾਹ ਮੈਨੂੰ ਮਾਰ ਨਾ ਦੇਣ, ਇਹ ਕੋਈ ਅਜਮਤੀ ਪੀਰ ਲੱਗਦਾ ਹੈ, ਤਾਈਓ ਤਾਂ ਮੇਰੇ ਸਾਹਮਣੇ ਇਸ ਤਰ੍ਹਾਂ ਤੀਰ ਅੜਾ ਕੇ ਤੀਰ ਲੈ ਕੇ ਖੜਾ ਹੋ ਗਿਆ। ਇਹਨੇ ਕਿਹਾ ਜੀ ਮੈਨੂੰ ਮਾਰਿਓ ਨਾ। ਮਹਾਰਾਜ ਨੇ ਕਿਹਾ ਤੂੰ ਕੌਣ ਆ? ਕਹਿੰਦਾ ਜੀ ਮੈਂ ਮਾਖੋ ਦੈਂਤ ਆ, ਮੈਂ ਆ ਲਾਗੇ ਪਿੱਪਲ ਦੇ ਦਰਖਤ ਦੇ ਪਰਿਵਾਰ ਸਮੇਤ ਵਸਦਾ ਹਾਂ। ਅੱਜ ਤੱਕ ਇੱਥੇ ਕਿਸੇ ਨੇ ਆਣ ਕੇ ਵੀ ਕੋਈ ਨਗਰ ਨਹੀਂ ਵਸਾਇਆ, ਲੋਕ ਡਰਦੇ ਆ, ਤੁਸੀਂ ਆਏ ਹੋ। ਮਹਾਰਾਜ ਮੈਨੂੰ ਇੱਥੇ ਖਤਰਾ ਪੈਦਾ ਹੋ ਗਿਆ। ਹੁਣ ਧਿਆਨ ਨਾਲ ਬਚਨ ਸੁਣਿਓ, ਕਵੀ ਸੰਤੋਖ ਸਿੰਘ ਨੂੰ ਗੱਲਾਂ ਲਿਖੀਆਂ। ਮਹਾਰਾਜ ਨੇ ਕਿਹਾ ਤੈਨੂੰ ਕੀ ਖਤਰਾ ਪੈਦਾ ਹੋ ਗਿਆ? ਕਹਿੰਦਾ ਮਹਾਰਾਜ ਤੁਹਾਡੇ ਸਿੱਖ ਇੱਥੇ ਬਾਣੀ ਪੜ੍ਹਦੇ ਆ, ਸਵੇਰ ਤੋਂ ਹੀ ਮਹਾਰਾਜ ਬਾਣੀ ਦਾ ਪ੍ਰਵਾਹ ਚੱਲ ਜਾਂਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਸੋਨੀ ਮੇਰਾ ਤੇ ਮੇਰੇ ਪਰਿਵਾਰ ਦਾ ਕੰਮ ਨਹੀਂਗਾ। ਤੇਰੇ ਸਿੱਖ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬਹਿ ਜਾਂਦੇ ਨਾਮ ਜਪਣ ਵਾਸਤੇ, ਤੇਰੇ ਸਿੱਖ ਅੰਮ੍ਰਿਤ ਵੇਲੇ ਲੱਗ ਜਾਂਦੇ ਆ ਬਾਣੀ ਦਾ ਕੀਰਤਨ ਕਰਨ ਵਾਸਤੇ। ਮਹਾਰਾਜ ਜਿੱਥੇ ਬਾਣੀ ਪੜ੍ਹੀ ਜਾਂਦੀ ਹੋਵੇ, ਜਿੱਥੇ ਬਾਣੀ ਦਾ ਗਾਇਨ ਕੀਤਾ ਜਾਂਦਾ ਹੋਵੇ, ਉੱਥੇ ਮੇਰੇ ਵਰਗੇ ਟਿਕ ਕੋਈ ਨਹੀਂ ਸਕਦੇਗੇ। ਹੁਣ ਇੱਥੇ ਮੇਰਾ ਟਿਕਣਾ ਔਖਾ ਹੋ ਗਿਆ। ਮਹਾਰਾਜ ਮੈਂ ਤਾਂ ਆਇਆ ਸੀ ਤੁਹਾਨੂੰ ਡਰਾ ਕੇ ਇੱਥੋਂ ਭਜਾ ਦੇਵਾਂ, ਪਰ ਸੱਚੇ ਪਾਤਸ਼ਾਹ ਤੇਰਾ ਪ੍ਰਤਾਪ ਵੇਖ ਕੇ ਮੈਂ ਰੁਕ ਗਿਆ। ਮਹਾਰਾਜ ਜੀ ਕਹਿੰਦੇ ਕੀ ਚਾਹਣਾ? ਕਹਿੰਦਾ ਮਹਾਰਾਜ ਮੈਂ ਚਾਹਣਾ ਵੀ ਤੁਸੀਂ ਚਲੇ ਜਾਓ ਤੇ ਇਹ ਮੇਰਾ ਇੱਥੇ ਨਿਵਾਸ ਰਹਿ ਜਾਏ। ਮਹਾਰਾਜ ਨੇ ਕਿਹਾ ਜੀ ਹੁਣ ਨਹੀਂ, ਇਹ ਆਨੰਦਾਂ ਦੀ ਪੁਰੀ ਵਸੇਗੀ, ਜੁਗੋ ਜੋਗਾ ਟਾਲਾ। ਮਹਾਰਾਜ ਨੇ ਕਿਹਾ ਤੈਨੂੰ ਜਾਣਾ ਪਏਗਾ। ਫਿਰ ਕਹਿੰਦਾ ਮਹਾਰਾਜ ਇੰਨੇ ਚਿਰ ਤੋਂ ਮੈਂ ਇੱਥੇ ਰਿਹਾ, ਮੇਰਾ ਕੋਈ ਨਾਮ ਰਹਿ ਜਾਏ, ਉਹਦੇ ਵਾਸਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਇਸ ਨਗਰੀ ਦਾ ਨਾਮ ਤਾਂ ਅਸੀਂ ਆਨੰਦਪੁਰ ਰੱਖ ਦਿੱਤਾ, ਪਰ ਸਿੱਖ ਫੇਰ ਵੀ ਇਹਨੂੰ ਮਾਖੋਵਾਲ ਆਨੰਦਪੁਰ ਕਿਹਾ ਕਰਨਗੇ। ਇਤਿਹਾਸਕਾਰਾਂ ਦੇ ਬਚਨ ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਪਹਿਲਾ ਹੀ ਨਾਮ ਆਨੰਦਪੁਰ ਆ, ਪਰ ਕੁਝ ਵਿਦਵਾਨਾਂ ਦੇ ਮੁਤਾਬਕ ਇਸ ਆਨੰਦਪੁਰ ਸਾਹਿਬ ਦਾ ਸਭ ਤੋਂ ਪਹਿਲਾ ਨਾਮ ਮਾਖੋਵਾਲ ਰੱਖਿਆ ਗਿਆ, ਉਸ ਦੈਂਤ ਦੇ ਉੱਤੇ, ਨਾਮ ਦੇ ਉੱਤੇ। ਹੁਣ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਨਗਰ ਵਸਾ ਦਿੱਤਾ, ਕਲਗੀਆਂ ਵਾਲੇ ਵਾਹਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਹੁਣ ਇੱਥੋਂ ਪਰਿਵਾਰ ਸਮੇਤ ਮਾਨਵਤਾ ਦਾ ਭਲਾ ਕਰਨ ਵਾਸਤੇ ਤੀਰਥਾਂ ਦੀ ਯਾਤਰਾ ਤੇ ਤੁਰੇ ਆ। ਤੀਰਥਾਂ ਦੀ ਯਾਤਰਾ ਕੋਈ ਸੱਚੇ ਪਾਤਸ਼ਾਹ ਦਾ ਇਸ਼ਨਾਨ ਕਰਕੇ ਜੀਵਨ ਦੀ ਸਫਲਤਾ ਦਾ ਮੰਤਵ ਨਹੀਂ ਸੀ, ਕੇਵਲ ਤੇ ਕੇਵਲ ਉਹਨਾਂ ਲੋਕਾਂ ਨੂੰ ਸੱਚ ਦਾ ਹੋਕਾ ਦੇਣਾ ਸੀ ਜਿਹੜੇ ਲੋਕ ਤੀਰਥਾਂ ਦੇ ਇਸ਼ਨਾਨ ਕਰਕੇ ਜ਼ਿੰਦਗੀ ਦੀ ਸਫਲਤਾ ਮੰਨੀ ਬੈਠੇ ਸੀ। ਇਤਿਹਾਸ ਬਹੁਤ ਪਿਆਰ ਸਹਿਤ ਮਹਾਰਾਜ ਦੀ ਤੀਰਥ ਯਾਤਰਾ ਦਾ ਵਰਣਨ ਕਰਦਾ ਹੈ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਚਲਦਿਆਂ ਚਲਦਿਆਂ, ਮੈਂ 2-3 ਇਤਿਹਾਸ ਦੇ ਪੰਨੇ ਤੁਹਾਡੇ ਨਾਲ ਸਾਂਝੇ ਕਰਦਿਆਂ ਧਮਧਾਨ ਪਹੁੰਚੇ ਨਾ ਜੀ। ਤੇ ਧਮਧਾਨ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਰੁਕੇ, ਉੱਥੇ ਇੱਕ ਸਿੱਖ ਸੀ ਭਾਈ ਮੇਹਾ, ਉਹਨੇ
ਗੁਰੂ ਸਾਹਿਬ ਦੇ ਦਰ ਤੇ ਪਾਣੀ ਦੀ ਜਿਹੜੀ ਜ਼ਿੰਮੇਵਾਰੀ ਵਾਹਿਗੁਰੂ ਪਹੁੰਚਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਲੰਗਰ ਵਾਸਤੇ ਪਾਣੀ ਚਾਹੀਦਾ, ਕੱਪੜਿਆਂ ਵਾਸਤੇ ਪਾਣੀ ਚਾਹੀਦਾ, ਨਹਾਉਣ ਵਾਸਤੇ ਪਾਣੀ ਚਾਹੀਦਾ, ਉਹ ਸਾਰੀ ਜ਼ਿੰਮੇਵਾਰੀ ਭਾਈ ਮੇਹੇ ਨੇ ਆਪਣੇ ਸਿਰ ਤੇ ਲਈ। ਇੱਕ ਗਾਗਰ ਭਰ ਲਿਆਉਂਦਾ, ਰੱਖਦਾ, ਦੂਜੀ ਗਾਗਰ ਚੱਕਦਾ, ਚਲੇ ਜਾਂਦਾ। ਇਸ ਤਰ੍ਹਾਂ ਸਾਰਾ ਦਿਨ ਪਾਣੀ ਢੋਂਦਾ ਰਹਿੰਦਾ ਹੈ। ਜੇ ਰਾਤ ਨੂੰ ਵੀ ਸਿੱਖ ਕਹਿੰਦੇ ਭਾਈ ਮੇਹਾ ਪਾਣੀ ਦੀ ਕਮੀ ਆ ਗਈ ਆ, ਤੇ ਭਾਈ ਮੇਹਾ ਰਾਤ ਨੂੰ ਗਾਗਰ ਚੱਕ ਕੇ ਪਾਣੀ ਲੈਣ ਵਾਸਤੇ ਤੁਰ ਪੈਂਦਾ। ਇਤਿਹਾਸ ਕਹਿੰਦਾ ਸਾਰਾ ਦਿਨ ਗਾਗਰ ਢੋਣ ਕਰਕੇ ਭਾਈ ਮੇਹੇ ਦੇ ਸਿਰ ਦੇ ਵਿੱਚ ਜ਼ਖਮ ਹੋ ਗਿਆ। ਹੁਣ ਜਦੋਂ ਜ਼ਖਮ ਹੋਇਆ ਤੇ ਇਹਨੇ ਜਿਹੜਾ ਉਸ ਗਾਗਰ ਦੇ ਥੱਲੇ ਕੱਪੜੇ ਦਾ ਵਿੰਨੂ ਸੀ ਉਹ ਵੱਡਾ ਕਰ ਲਿਆ ਵੀ ਸੇਵਾ ਨਹੀਂ ਰੁਕਣੀ ਚਾਹੀਦੀਗੀ। ਹੁਣ ਵੱਡਾ ਵਿੰਨੂ ਰੱਖ ਕੇ ਵੀ ਪਾਣੀ ਦੀ ਗਾਗਰ ਨਾ ਚੁੱਭੇ, ਫਿਰ ਸੇਵਾ ਵਿੱਚ ਲੱਗਾ ਹੋਇਆ। ਇੱਕ ਦਿਨ ਇਹ ਪਾਣੀ ਦੀ ਗਾਗਰ ਲੈ ਕੇ ਆਇਆ ਤੇ ਪਾਣੀ ਦੀ ਗਾਗਰ ਲਾਈ ਜਦੋਂ ਤੇ ਵਿੰਨੂ ਇਹਦੇ ਸਿਰ ਥੱਲੇ ਡਿੱਗ ਪਿਆ ਤੇ ਮਾਤਾ ਨਾਨਕੀ ਜੀ ਦੀ ਨਿਗਾਹ ਦਾ ਸਿਰ ਪੈ ਗਿਆ। ਮਾਤਾ ਨਾਨਕੀ ਜੀ ਕਹਿੰਦੇ ਭਾਈ ਮੇਹੇ ਸੇਵਾ ਤੂੰ ਬੜੀ ਕਰਦਾ, ਤੇਰੀ ਸੇਵਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ, ਇਸ ਸੇਵਾ ਦੇ ਬਦਲੇ ਤੈਨੂੰ ਮਿਲਣਾ ਬੜਾ ਕੁਝ ਆ, ਪਰ ਪੁੱਤਰ ਇੰਨੀ ਵੀ ਸੇਵਾ ਨਾ ਕਰਕੇ ਤੈਨੂੰ ਆਪਦੀ ਸਿਹਤ ਦਾ ਧਿਆਨ ਨਾ ਰਵੇ। ਤੂੰ ਹੁਣ ਕੁਝ ਦਿਨ ਆਰਾਮ ਕਰ। ਅਸੀਂ ਵੇਖਿਆ ਤੇਰੇ ਸਿਰ ਦੇ ਵਿੱਚ ਗਹਿਰਾ ਜ਼ਖਮ, ਜਦੋਂ ਜ਼ਖਮ ਠੀਕ ਹੋ ਜਾਏਗਾ ਫਿਰ ਗਾਗਰ ਚੱਕ ਕੇ ਪਾਣੀ ਦੀ ਸੇਵਾ ਕਰ ਲਈ। ਉਹਨਾਂ ਚਿਰੇ ਪਾਣੀ ਢੋਣ ਦੀ ਸੇਵਾ ਕਿਸੇ ਹੋਰ ਸਿੱਖ ਨੂੰ ਦੇ ਦੇ। ਤੇ ਦੋਨੋਂ ਹੱਥ ਜੋੜ ਕੇ ਕਿਹਾ ਮਾਤਾ ਜੀ ਇਹ ਤਾਂ ਕੋਈ ਬਹੁਤਾ ਵੱਡਾ ਜ਼ਖਮ ਨਹੀਂ ਹੈ, ਜੇ ਮੈਂ ਥੋੜੀ ਜੀ ਪੀੜਾ ਝੱਲ ਵੀ ਰਹਿਣਾ ਤੇ ਫਿਰ ਕੀ ਹੋਏਗਾ? ਇਹ ਸਰੀਰ ਦਾ ਕੀ ਪਤਾ, ਇਹ ਸਰੀਰ ਕਦੋਂ ਮਿੱਟੀ ਦਾ ਪੁਤਲਾ ਤੇ ਮਿੱਟੀ ਦੇ ਵਿੱਚ ਮਿਲ ਕੇ ਮਿੱਟੀ ਹੋ ਜਾਏ। ਮਾਤਾ ਜੀ ਨਹੀਂ, ਸੇਵਾ ਨਹੀਂ ਮੈਂ ਛੱਡਾਂਗਾ। ਫਿਰ ਵਿੰਨੂ ਸਿਰ ਤੇ ਰੱਖਿਆ ਤੇ ਪਾਣੀ ਲੈਣ ਤੁਰ ਪਿਆ। ਕੁਝ ਕੁ ਦਿਨ ਲੰਘੇ ਤੇ ਗੁਰੂ ਹਰਗੋਬਿੰਦ ਵਾਹਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਕ ਦਿਨ ਮਾਤਾ ਨਾਨਕੀ ਜੀ ਦੇ ਕੋਲ ਬੈਠੇ ਆ। ਭਾਈ ਮੇਹਾ ਜੀ ਆਏ ਆ। ਜਦੋਂ ਪਾਣੀ ਦੀ ਗਾਗਰ ਰੱਖੀ ਤੇ ਮਾਤਾ ਨਾਨਕੀ ਜੀ ਨੇ ਕਿਹਾ ਪੁੱਤਰ ਜੀ ਇਹ ਭਾਈ ਮੇਹਾ ਬੜੀ ਸੇਵਾ ਕਰਦਾ, ਅਸੀਂ ਵੇਖਿਆ ਕਿਸੇ ਨਾਲ ਗੱਲਾਂ ਨਹੀਂ ਕਰਦਾ, ਪਾਣੀ ਢੋਈ ਜਾਂਦਾ, ਬਾਣੀ ਪੜੀ ਜਾਂਦਾ, ਪਾਣੀ ਢੋਈ ਜਾਂਦਾ, ਸਿਮਰਨ ਕਰੀ ਜਾਂਦਾ, ਕਦੇ ਕੁਝ ਨਹੀਂ ਮੰਗਿਆ, ਪਰ ਅਸੀਂ ਚਾਹੁੰਦੇ ਨੂੰ ਇੰਨਾ ਕੁ ਦੇ ਦਿਓ ਕਿ ਇਹਦੇ ਕੋਲੇ ਕਿਸੇ ਚੀਜ਼ ਦੀ ਕਮੀ ਨਾ ਰਵੇ। ਮਾਤਾ ਜੀ ਦੇ ਬੋਲ ਸੁਣ ਕੇ ਭਾਈ ਮੇਹਾ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੁਲਾਇਆ। ਭਾਈ ਮੇਹੇ ਤੇਰੀ ਸੇਵਾ ਸਫਲ ਆ, ਪਰ ਇੱਕ ਗੱਲ ਸਾਨੂੰ ਪਤਾ ਲੱਗਿਆ ਤੇਰੇ ਸਿਰ ਤੇ ਜ਼ਖਮ ਤੇ ਮਾਤਾ ਜੀ ਨੇ ਤੈਨੂੰ ਆਰਾਮ ਕਰਨ ਵਾਸਤੇ ਕਿਹਾ ਤੇ ਤੂੰ ਕਿਹਾ ਜੀ ਕਰਨਾ ਨਹੀਂ। ਕਹਿੰਦਾ ਮਹਾਰਾਜ ਸਰੀਰ ਦਾ ਠਿਕਰਾ ਪਤਾ ਨਹੀਂ ਕਦੋਂ ਭੱਜ ਜਾਏ, ਮੈਂ ਚਾਹਣਾ ਜ਼ਿੰਦਗੀ ਦਾ ਇੱਕ ਇੱਕ ਸਵਾਸ ਤੁਹਾਡੇ ਘਰ ਦੇ ਲੇਖੇ ਲੱਗ ਜਾਏ। ਮਹਾਰਾਜ ਨੇ ਕਿਹਾ ਭਾਈ ਮੇਹੇ ਇਸ ਘਰ ਦੇ ਵਿੱਚ ਸੇਵਾ ਪ੍ਰਵਾਨ ਆ, ਪਰ ਇਸ ਘਰ ਦੇ ਵਿੱਚ ਹੱਠ ਪ੍ਰਵਾਨ ਨਹੀਂਗਾ। ਅਗਲਾ ਬਚਨ ਨੂੰ ਸੁਣਿਓ ਧਿਆਨ ਨਾਲ। ਮਹਾਰਾਜ ਨੇ ਕਿਹਾ ਸਮਾਂ ਸੀ ਜਦੋਂ ਲੋਕ ਗਰਮੀਆਂ ਦੀ ਰੁੱਤ ਦੇ ਵਿੱਚ ਆਪਣੇ ਇਰਦ ਗਿਰਦ ਅੱਗ ਬਾਲ ਕੇ ਸਰੀਰ ਨੂੰ ਸੇਕ ਦਿੰਦੇ ਸੀ। ਇਦਾਂ ਜ਼ਿੰਦਗੀ ਦੀ ਸਫਲਤਾ। ਸਰਦੀਆਂ ਦੀ ਰੁੱਤ ਵਿੱਚ ਕੋਈ ਪਾਣੀ ਵਿੱਚ ਬਹਿੰਦਾ ਸੀ, ਕੋਈ ਠੰਡੇ ਪਾਣੀ ਦੇ ਘੜੇ ਸਿਰ ਤੇ ਪਾਉਂਦਾ ਸੀ, ਕੋਈ ਜੰਗਲ ਵਿੱਚ ਚਲਿਆ ਜਾਂਦਾ ਸੀ, ਕੋਈ ਵਰਤ ਰੱਖਦਾ ਸੀ, ਕੋਈ ਪੁੱਠਾ ਲਮਕ ਜਾਂਦਾ ਸੀ। ਪਰ ਇਸ ਕਲਯੁਗ ਦੇ ਸਮੇਂ ਵਿੱਚ ਇਸ ਤਰ੍ਹਾਂ ਦਾ ਕੁਝ ਕਰਨ ਦੀ ਲੋੜ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਮਾਨਵਤਾ ਵਾਸਤੇ ਸਰਲ ਰਸਤਾ ਕਰ ਦਿੱਤਾ। ਮਹਾਰਾਜ ਨੇ ਕਿਹਾ ਦੁਨੀਆ ਦੇ ਲੋਗੋ ਪੁੱਠੇ ਲਮਕਣ ਦੀ ਲੋੜ ਨਹੀਂ, ਵਰਤ ਰੱਖਣ ਦੀ ਲੋੜ ਨਹੀਂ, ਜੰਗਲਾਂ 'ਚ ਜਾਣ ਦੀ ਲੋੜ ਨਹੀਂ। ਤੁਸੀਂ ਸੰਗਤ ਵਿੱਚ ਬੈਠੋ ਤੇ ਪਿਆਰ ਨਾਲ ਸੇਵਾ ਕਰਿਓ। ਜੇ ਭਾਵਨਾ ਨਾਲ ਸੇਵਾ ਕਰੋਗੇ ਤੁਹਾਨੂੰ ਜਿਉਂਦੇ ਜੀ ਗੁਰੂ ਨਾਨਕ ਦੇ ਦਰ ਤੋਂ ਮੁਕਤੀ ਮਿਲ ਜਾਏਗੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ ਸੇਵਾ ਦਾ ਸੁਖਾਲਾ ਜਿਹਾ ਰਸਤਾ ਚਲਾ ਦਿੱਤਾ। ਭਾਈ ਮੇਹੇ ਜਦੋਂ ਕੋਈ ਭਾਵਨਾ ਨਾਲ ਸੇਵਾ ਕਰੇਗਾ ਉਹਨੂੰ ਗੁਰੂ ਨਾਨਕ ਦੇ ਦਰ ਤੋਂ ਸਭ ਕੁਝ ਮਿਲੇਗਾ। ਹੁਣ ਅਗਲਾ ਬਚਨ ਸੁਣਿਓ। ਮਹਾਰਾਜ ਨੇ ਕਿਹਾ 1 ਸਾਲ ਦਾ ਤਪ, 1 ਦਿਨ ਦੀ ਸੇਵਾ। ਕੋਈ 1 ਸਾਲ ਤਪ ਕਰੇ ਤੇ ਉਹਦੇ ਬਰਾਬਰ ਤੇ 1 ਦਿਨ ਦੀ ਸੇਵਾ ਕਰੇ। 1 ਦਿਨ ਦੀ ਸੇਵਾ 1 ਸਾਲ ਦੇ ਤਪ ਦੇ ਬਰਾਬਰ ਆ। ਤੇ ਭਾਈ ਮੇਹੇ ਤੈਨੂੰ ਤਾਂ ਕਈ ਦਿਨ ਹੋ ਗਏ ਇਸ ਘਰ ਵਿੱਚ ਸੇਵਾ ਢਾਉਂਦਿਆਂ ਨੂੰ, ਗਾਗਰ ਢਾਉਂਦਿਆਂ ਨੂੰ। ਮਹਾਰਾਜ ਜੀ ਕਹਿੰਦੇ ਤੇਰੀ ਸੇਵਾ ਕਿੱਦਾਂ ਨਾ ਪ੍ਰਵਾਨ ਹੋਏਗੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਸੇਵਾ ਨਹੀਂ ਕਰਨੀ ਹੈ, ਤੂੰ ਅੱਜ ਤੋਂ ਬਾਅਦ ਗਾਗਰ ਨਹੀਂ ਢਾਉਣੀ। ਮਹਾਰਾਜ ਨੇ ਕਿਹਾ ਪਹਿਲਾਂ ਆਰਾਮ ਕਰ, ਜਦੋਂ ਜ਼ਖਮ ਠੀਕ ਹੋ ਜਾਏਗਾ। ਹੁਣ ਮਹਾਰਾਜ ਜੀ ਕਹਿੰਦੇ ਸੇਵਾ ਕਰਨੀ ਨਹੀਂ, ਤੂੰ ਸੇਵਾ ਕਰਨ ਵਾਸਤੇ ਪ੍ਰੇਰਨਾ ਦੇਣੀ ਆ। ਮਹਾਰਾਜ ਨੇ ਇੱਕ ਬਲਦ ਦਿੱਤਾ, ਇੱਕ ਨਗਾਰਾ ਦਿੱਤਾ, ਇੱਕ ਨਿਸ਼ਾਨ ਸਾਹਿਬ ਦਿੱਤਾ। ਕੁਝ ਵਿਦਵਾਨਾਂ ਨੇ ਝੰਡਾ ਲਿਖਿਆ, ਕੁਝ ਵਿਦਵਾਨਾਂ ਲਿਖਿਆ ਨਿਸ਼ਾਨ ਸਾਹਿਬ ਦਿੱਤਾ।
महाराज ने कहा तू पिंडां पिंडां दे विच विचरना, नगारे ते चोट लाउणी आ, लोकां नूं इकट्ठे करना ते लोकां नूं गुरु नानक दे घर दा उपदेश, सेवा ते सिमरन, इन्हां दो चीजां दे उत्ते केंद्रित करी। भाई मेह तेरा जीवन गुरु नानक दे दर ते परवानिया। वेखो गुरु तेग बहादुर पातशाह कहंदे सेवा एक दिन की सेवा 100 साल दे तप, वाहिगुरु 100 साल दे तप दे, 1 साल दे तप दे बराबर है। हुण वेखो जदों असीं गुरु ग्रंथ साहिब दी बाणी पढ़ांगे, महाराज ने एक बचन कहा, सिखा तू सेवा करी, जे प्रवान होगी पता नहीं गुरु ने बदले विच तैनूं की कुछ दे देना है। जदों आपां बचन पढ़ांगे, सा सेवा कीती सफल है, जित सतगुर का मन मन्ने, जां सतगुर का मन मन्निया तां पाप कसंबल भन्ने। मैं अक्सर एक बेनती करदा हुंदा, जदों किते गुरु दे घर विच आईए ते गुरु दे घर विच बह के जिथे असीं शब्द सुनना है कीर्तन रूप विच, शब्द सुनना है कथा दे रूप दे विच, शब्द सुनना है असीं पाठ दे रूप दे विच, उत्थे असीं गुरु नानक दे घर दे विच सेवा दा भी जरूर हंबला मारीए। वेखीए कित्थे झाड़ू लगन वाला झाड़ू ला दईए, कित्थे पोचा लगन वाला पोचा ला दईए, कित्थे होर कोई कारज करन वाला गुरु घर दे विच उत्थे आप कारज करिए। क्योंकि वेखो जिद्दां असीं घरां नूं साफ रखदे आ, इदां ही गुरुद्वारा साहिब साफ रखना भी तां साडी जिम्मेवारी आ ना जी। एक पासे असीं कहने गुरु ग्रंथ साहिब साडे पिता ने, गुरु ग्रंथ साहिब साडी माता ने, ते जे गुरु ग्रंथ साहिब महाराज साडे माता पिता, इहदा अर्थ फिर असीं बच्चे ते घर भी तां साडा ही होया ना जी। जतन करया करिए, जदों आईए सेवा जरूर करया करिए। मैं तां कई बार बेनती कीती, किते समा बने हरमंदर साहिब जाण दा, गुरु रामदास पातशाह दी नगरी विच जाण दा, बहुता नहीं 4-5 थाल जरूर मांज के आया करिए। ते अरदास मानी मन, गुरु रामदास पातशाह कृपा करी, जिद्दां इह थाल मांजे कृपा करके बाणी दे पोचे नाल मेरा मन भी अंदरों साफ कर दे, मैनूं भी अंदरों निर्मलता दे दे। जतन करो। गुरु तेग बहादुर पातशाह कहंदे 1 साल दा तप, महाराज जी कहंदे 1 दिन दी सेवा, कोई 1 दिन दी सेवा प्यार नाल करे 1 साल दे तप दे बराबर आ। सच्चे पातशाह महाराज धमधान तो चले, महाराज कंछी पहुंचे, कंछी दी संगत ने महाराज दा बड़ा सत्कार कीता। इत्थे महाराज नूं जौनपुर दी संगत मिलण वास्ते आई। हुण जौनपुर दी संगत दे विच एक सिख सी भाई गुरबख्श हुलासी, ये बहुत ज्यादा बाणी पढ़दा सी। धन गुरु तेग बहादुर पातशाह दा दीदार कीता। महाराज जी कहंदे गुरबख्श सानू पता लग्या तू बाणी दा नाल बहुत प्रेम करदा, ताइयों तेरा नाम हुलासी रखिया होया, तैनूं बाणी दी बड़ी लोर चढ़दी आ। कहंदा महाराज तुहाडी किरपा। सतगुरु कहंदे फिर शब्द सुना। इतिहास कहंदा इन्हें शब्द पढ़ना शुरू किया, 1 शब्द 2 शब्द 3 शब्द, लगातार 3 घंटे ये बाणी दे शब्द गायन करके गुरु तेग बहादुर पातशाह नूं सुणाउंदा रहा। लगातार 1 पहर दा जिक्र किया कवि संतोख सिंह ने, 3 घंटे लगातार बाणी पढ़दा रहा। जदों 3 घंटे बाणी पढ़दा रहा, महाराज ने बड़े प्यार नाल कहा, भाई गुरबख्श हुलासी गुरु नानक दी तेरे ते किरपा। महाराज ने कहा तू आप तां जमा दे वस नहीं पैना, जिहड़ा तेरी संगत च आजूगा ना, जां भाई गुरबख्श हुलासी वो भी जमा दे वस नहीं पएगा। फिर अगला बचन महाराज ने कहा, भाई गुरबख्श हुलासी जिहड़ा तेरे घर विच पुत्र आएगा, वो पुत्र कथा ते कीर्तन दा धारनी होएगा। तेरे उस पुत्र दे कोले संगत दा वड्डा इकट्ठ होया करेगा। बड़े प्यार नाल संगत तेरे पुत्र दे कोलों गुरबाणी दी विचार ते गुरबाणी दा कीर्तन सुनिया करेगी। हुण एक बेनती प्यार नाल समझियो, असीं हर रोज बाणी पढ़दे आ ते बाणी पढ़दे गुरु नानक पातशाह दे बोल साडी रसना दा शिंगार बनदे आ। जिस नूं बख्शे सिफत साला नानक पातशाही पातशाह। ये गुरु नानक दे घर दी सब तो वड्डी बख्शिश आ। जदों किते गुरु नानक पातशाह किसे ते त्रुठदे आ, गुरु ग्रंथ साहिब किसे ते त्रुठदे, उहनूं कीर्तन दी दात दिंदे आ, उहनूं कथा दी दात दिंदे आ, उहनूं महाराज बाणी दी दात दिंदे आ। सच्चे पातशाह महाराज ने कहा, जा भाई गुरबख्श तैनूं ये बचन कह, तेरा पुत्र कथा ते कीर्तन दा धारनी होएगा। एक बेनती प्यार नाल समझियो, मैं कई बार बेनती कीती, संसारी जीव आ, संसारक मंगा भी साडियां जादियां ने।
ਯਤਨ ਕਰਿਆ ਕਰੋ ਗੁਰੂ ਦੇ ਕੋਲੋਂ ਮੰਗਣਾ, ਚਾਹੇ ਸੰਸਾਰ ਪ੍ਰਤੀ ਮੰਗਣਾ ਤੇ ਚਾਹੇ ਨਿਰੰਕਾਰ ਪ੍ਰਤੀ ਮੰਗਣਾ। ਯਤਨ ਕਰੀਏ ਜਦੋਂ ਅਸੀਂ ਗੁਰੂ ਸਾਹਿਬ ਦੇ ਕੋਲੇ ਆਉਣਾ, ਆਣ ਕੇ ਅਸੀਂ ਗੁਰੂ ਦੇ ਕੋਲੋਂ ਸੰਸਾਰਕ ਮੰਗਾਂ ਮੰਗਣੀਆਂ, ਉੱਥੇ ਨਾਲ ਨਾਲ ਆ ਵੀ ਮੰਗ ਲਈਏ, ਮਹਾਰਾਜ ਕਿਰਪਾ ਕਰੋ ਮੇਰੇ ਘਰ ਚ ਅੰਮ੍ਰਿਤ ਵੇਲਾ ਦਿਓ, ਮੇਰੇ ਘਰ ਚ ਨਿਤਨੇਮ ਦਿਓ, ਮੇਰੇ ਘਰ ਚ ਮਹਾਰਾਜ ਸਿਮਰਨ ਦਿਓ, ਮੇਰੇ ਘਰ ਚ ਸੇਵਾ ਦਿਓ, ਮਹਾਰਾਜ ਕਿਰਪਾ ਕਰ ਮੇਰੇ ਘਰ ਵਿੱਚ ਸਿੱਖੀ ਦੇ ਬੂਟੇ ਪ੍ਰਫੁੱਲਤ ਹੋ ਜਾਣ। ਆ ਵੀ ਮੰਗੀਏ, ਕਿਉਂਕਿ ਇੱਕ ਬੇਨਤੀ ਸਮਝਿਓ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲੇ ਗੋਇੰਦਵਾਲ ਸਾਹਿਬ ਡੱਲੇ ਦੀ ਸੰਗਤ ਆਉਂਦੀ ਆ। ਮੈਂ ਅੱਗੇ ਵੀ ਇੱਕ ਦੋ ਵਾਰੀ ਬੇਨਤੀ ਕੀਤੀ ਸੀ। ਡੱਲੇ ਦੀ ਸੰਗਤ ਨੇ ਕਿਹਾ ਮਹਾਰਾਜ ਸਾਨੂੰ ਕੋਈ ਉਪਦੇਸ਼ ਦਿਓ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਪ ਜੁੜ ਜਾਓ, ਤੁਹਾਡੇ ਪੁੱਤ ਜੁੜ ਜਾਣਗੇ, ਪੁੱਤ ਜੁੜ ਗਏ ਤੁਹਾਡੇ ਪੋਤੇ ਜੁੜ ਜਾਣਗੇ, ਪੋਤੇ ਜੁੜ ਗਏ ਤੁਹਾਡੇ ਪੜਪੋਤੇ ਜੁੜ ਜਾਣਗੇ। ਮਹਾਰਾਜ ਜੀ ਕਹਿੰਦੇ ਕੁੱਲ ਬਕੁੱਲ ਸਿੱਖੀ ਦੇ ਬੂਟੇ ਤੁਹਾਡੇ ਘਰ 'ਚ ਪ੍ਰਫੁੱਲਤ ਹੁੰਦੇ ਰਹਿਣ। ਕਹਿਣ ਤੋਂ ਭਾਵ ਇਹ ਆ, ਜਦੋਂ ਗੁਰੂ ਦੇ ਦਰ ਤੇ ਆਈਏ, ਜਿੱਥੇ ਅਸੀਂ ਮੰਗਣਾ ਮਹਾਰਾਜ ਘਰ ਦੇ, ਮਹਾਰਾਜ ਸਾਨੂੰ ਕੰਮ ਵਿੱਚ ਤਰੱਕੀ ਦੇ ਮੰਗਦੇ ਅਸੀਂ ਸਾਰੇ, ਉੱਥੇ ਕਹੋ ਮਹਾਰਾਜ ਕਿਰਪਾ ਕਰਕੇ ਸਾਨੂੰ ਸਿੱਖੀ ਵੀ ਦੇ ਦਿਓ, ਮਹਾਰਾਜ ਕਿਰਪਾ ਕਰਕੇ ਸਾਨੂੰ ਨਾਮ ਵੀ ਦਿਓ, ਮਹਾਰਾਜ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਵੇਲਾ ਵੀ ਦਿਓ। ਤੇ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਅਕਸਰ ਇੱਕ ਬਚਨ ਕਿਆ ਕਰਦੇ ਸੀ, ਕਹਿੰਦੇ ਜਿਹਨੂੰ ਅੰਮ੍ਰਿਤ ਵੇਲਾ ਮਿਲ ਗਿਆ, ਅੰਮ੍ਰਿਤ ਵੇਲਾ ਮੇਰਾ ਵਾਹਿਗੁਰੂ ਦਿੰਦਾ ਹੀ ਉਹਨਾਂ ਨੂੰ ਜਿਨ੍ਹਾਂ ਨੂੰ ਆਪਣੇ ਨੇੜੇ ਨੇੜੇ ਰੱਖਣਾ ਚਾਹੁੰਦਾ ਹੈ। ਹਰੇਕ ਨੂੰ ਅੰਮ੍ਰਿਤ ਵੇਲਾ ਨਹੀਂ ਜੇ ਮਿਲਦਾ। ਗੁਰੂ ਨਾਨਕ ਟੁੱਟ ਕੇ ਅੰਮ੍ਰਿਤ ਵੇਲੇ ਦੀ ਦਾਤ ਹੀ ਉਹਦੀ ਝੋਲੀ ਪਾਉਂਦੇ ਆ, ਜਿਹਨੂੰ ਗੁਰੂ ਨਾਨਕ ਆਪਣੇ ਕੋਲੇ ਕੋਲੇ ਰੱਖਣਾ ਚਾਹੁੰਦੇ ਆ। ਤੇ ਪਿਆਰਿਓ, ਅੰਮ੍ਰਿਤ ਵੇਲੇ ਉੱਠਣਾ, ਇੱਕ ਬੇਨਤੀ ਮੇਰੇ ਪਿਆਰ ਨਾਲ ਸਮਝਿਓ, ਤੁਸੀਂ ਕਿਤੇ ਗੂਗਲ ਤੇ ਸਰਚ ਕਰਕੇ ਵੇਖਿਓ, ਉਹਦੇ ਤੇ ਅਧਿਆਤਮਿਕ ਦਾ ਵਿਸ਼ਾ ਜਦੋਂ ਪੜੋਗੇ, ਉਹ ਇੱਕ ਗੱਲ ਕਹਿੰਦੇ ਆ ਕਿ ਅੰਮ੍ਰਿਤ ਵੇਲੇ ਉੱਠਣ ਦਾ ਅਰਥ ਪਤਾ ਕੀ ਆ? ਸਮਾਂ ਪਾ ਕੇ ਤੁਹਾਡੇ ਉੱਤੇ ਅਧਿਆਤਮਿਕ ਸ਼ਕਤੀਆਂ ਦੀ ਵਾਰਿਸ਼ ਹੋਣੀ ਆ। ਅੰਮ੍ਰਿਤ ਵੇਲਾ ਉੱਠਣਾ ਇੱਕ ਚੰਗਾ ਗੁਣ ਆ। ਤੇ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਕਹਿੰਦੇ ਸੀ, ਜਿਹਨੂੰ ਅੰਮ੍ਰਿਤ ਵੇਲਾ ਮਿਲ ਗਿਆ ਉਹਨੂੰ ਗੁਰੂ ਨਾਨਕ ਆਪਣੇ ਕੋਲੇ ਕੋਲੇ ਰੱਖਣਾ ਚਾਹੁੰਦੇ ਆ। ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਗੁਰਬਖਸ਼ ਹੁਲਾਸੀ ਤੇਰਾ ਪੁੱਤਰ ਕਥਾ ਕੀਰਤਨ ਦਾ ਧਾਰਨੀ ਹੋਏਗਾ, ਲੋਕੀ ਉਹਦੇ ਕੋਲੇ ਬੜੇ ਪਿਆਰ ਨਾਲ ਬਹਿ ਕੇ ਕਥਾ ਸੁਣਿਆ ਕਰਨਗੇ, ਉਹਦੇ ਕੋਲੇ ਬਹਿ ਕੇ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ ਦਾ ਕੀਰਤਨ ਸੁਣਿਆ ਕਰਨਗੇ। ਇਹ ਬਚਨ ਮਹਾਰਾਜ ਨੇ ਕੰਛੀ ਦੀ ਧਰਤੀ ਤੇ ਕਹੇ। ਤੇ ਜਦੋਂ ਅਸੀਂ ਸੱਚੇ ਪਾਤਸ਼ਾਹ ਦੀ ਬਾਣੀ ਪੜਾਂਗੇ, ਮਹਾਰਾਜ ਨੇ 15 ਰਾਗਾਂ ਦੇ ਅੰਦਰ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ। 59 ਸ਼ਬਦ 57 ਸ਼ਲੋਕ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਆ। ਯਤਨ ਕਰਿਆ ਕਰੋ। ਮੈਂ ਤਾਂ ਤਕਰੀਬਨ ਬੇਨਤੀ ਕਰਦਾ, ਜੇ ਸਿੱਖਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਨਹੀਂ ਹੋਏਗਾ, ਫਿਰ ਕਿੰਨਾਂ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲੱਭਣ ਜਾਵਾਂਗੇ? ਜੇ ਸਿੱਖਾਂ ਦੇ ਘਰੇ 10 ਗੁਰੂ ਸਾਹਿਬਾਨਾਂ ਦੀ ਜੀਵਨੀ ਨਹੀਂ ਹੋਏਗੀ, ਫਿਰ ਕਿਹਦੇ ਘਰੋਂ 10 ਗੁਰੂ ਸਾਹਿਬਾਨਾਂ ਦੀ ਜੀਵਨੀ ਮਿਲੇਗੀ? ਹਰੇਕ ਗੁਰੂ ਸਾਹਿਬ ਦੀ ਬਾਣੀ ਦੇ ਵੱਖਰੇ ਵੱਖਰੇ ਸਟੀਕ ਮਿਲ ਜਾਂਦੇ ਆ। ਯਤਨ ਕਰੀਏ ਆਪਣੇ ਘਰ ਚ ਲਿਆਣ ਕੇ ਰੱਖੀਏ, ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹੀਏ, ਇਤਿਹਾਸ ਪੜ੍ਹੀਏ, ਤਾਂ ਜੋ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਉਜਲਾ ਹੋ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ, ਜੋ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਇਸ ਪਾਵਨ ਸਥਾਨ ਤੇ ਪਿਛਲੇ 5 ਦਿਨਾਂ ਤੋਂ ਮਨਾਇਆ ਜਾ ਰਿਹਾ। ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਜੀਵਨ ਦਾ ਲਾਹਾ ਲੈ ਰਹੀਆਂ। ਸਤਿਗੁਰੂ ਜੀ ਕਿਰਪਾ ਕਰਨ ਜੀ। ਅੱਜ ਵੀ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਦੇ ਪ੍ਰਵਾਹ ਚੱਲ ਰਹੇ ਆ। ਮਹਾਰਾਜ ਸਮੁੱਚੀਆਂ ਸੰਗਤਾਂ ਦੀ ਝੋਲੀ 'ਚ ਜਿਹੜੀਆਂ ਦਰਬਾਰ ਵਿੱਚ ਬਹਿ ਕੇ ਹਾਜ਼ਰੀਆਂ ਭਰ ਰਹੀਆਂ ਹਨ, ਬਾਹਰ ਪ੍ਰਸ਼ਾਦੇ ਪਕਾਰੀਆਂ ਮਾਤਾਵਾਂ ਭੈਣਾਂ, ਕੋਈ ਸਬਜ਼ੀ ਬਣਾਉਣ ਵਿੱਚ ਮਸ਼ਰੂਫ ਆ, ਕੋਈ ਹੋਰ ਸੇਵਾ ਵਿੱਚ ਲੱਗਿਆ। ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਦੀ ਝੋਲੀ 'ਚ ਮਹਾਰਾਜ ਨਾਮ ਦੀ ਦਾਤ ਪਾਉਣ ਜੀ। ਸੋ ਇਤਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।